ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰਾਂ ਦੀ ਖਬਰ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਹੋਣਗੇ ਪੰਜਾਬੀ ਪੱਤਰਕਾਰਤਾ ਦੇ ਬਹੁਤ ਵੱਡਾ ਨਾਮ ਬਲਤੇਜ ਪੰਨੂ। ਚਰਚਾ ਕਰਾਂਗੇ ਤਾਨਾਸ਼ਾਹੀਆਂ ਦੇ ਉੱਤੇ, ਸਰਕਾਰੀ ਤਾਨਾਸ਼ਾਹੀਆਂ ਦੇ ਉੱਤੇ। ਲੰਘੇ ਦਿਨੀ ਲੋਕ ਸਭਾ ਦੀ ਕਾਰਵਾਈ ਜਿਹੜੀ ਉਹ ਮੁਕੰਮਲ ਹੋਈ ਹੈ ਤੇ ਉਸ ਵਿੱਚ ਦੋ ਵੱਡੇ ਬਿੱਲ ਜਿਹੜੇ ਉਹ ਪਾਸ ਕੀਤੇ ਗਏ ਨੇ। ਨੰਬਰ 1 ਦਿੱਲੀ ਦੇ ਰਾਜਪਾਲ ਦੀਆਂ ਸ਼ਕਤੀਆਂ ਵਧਾਉਣ ਦੀ ਤੇ ਨੰਬਰ 2 ਬੈਂਕਿੰਗ ਖੇਤਰ ਨੂੰ ਨਿੱਜੀਕਰਨ ਕਰਨ ਦੀ। ਇਹਨਾਂ ਦੋਨਾਂ ਹੀ ਖੇਤਰਾਂ ਦੇ ਵਿੱਚ ਜਿਹੜੇ ਬਿੱਲ ਪਾਸ ਕੀਤੇ ਗਏ ਨੇ ਉਹਦੇ ਵਿੱਚ ਸਾਫ਼ ਤੌਰ 'ਤੇ ਦਿਖ ਰਿਹਾ ਹੈ ਕਿ ਜਨਤਾ ਦੇ ਹਿੱਤਾਂ ਨੂੰ ਜਿਹੜਾ ਅਣਗੌਲਿਆਂ ਕੀਤਾ ਗਿਆ। ਚਰਚਾ ਕਰਾਂਗੇ। ਪਹਿਲਾਂ ਸਵਾਗਤ ਕਰ ਲਈਏ ਪੰਨੂ ਸਾਹਿਬ ਦਾ। ਪੰਨੂ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ, ਥੈਂਕ ਯੂ। ਪੰਨੂ ਸਾਹਿਬ, ਤਾਨਾਸ਼ਾਹੀਆਂ ਦੀ ਗੱਲ ਛੇੜੀ ਆ ਅਤੇ ਮੈਨੂੰ ਲੱਗਦਾ ਦਰਸ਼ਕਾਂ ਨੂੰ ਪਸੰਦ ਵੀ ਆਈ ਹੋਣਗੀ, ਜਿਹੜੇ ਕਿ ਸਮਾਜ ਦੇ ਭਲਾ ਚਾਹੁਣ ਵਾਲੇ ਨੇ ਅਤੇ ਬੁੱਧੀਜੀਵੀ ਵਰਗ ਹੈ। ਜਿਹੜਾ ਵੀ ਇਸ ਵਰਤਾਰੇ ਨੂੰ ਦੇਖ ਕੇ ਦੁਖੀ ਹੁੰਦਾ, ਹਰ ਬੰਦੇ ਨੇ ਇਹਦੇ ਵਿੱਚ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੋਣੀ ਗੱਲਬਾਤ ਦੇ ਵਿੱਚ। ਕੀ ਲੱਗਦਾ ਹੈ ਕਿ ਜਿੰਨੇ ਵੀ ਹੁਣ ਤੱਕ ਭਾਰਤੀ ਜਨਤਾ ਪਾਰਟੀ ਦੇ ਪਿਛਲੇ 6-6.5 ਸਾਲ ਦਾ ਕਾਰਜਕਾਲ ਦੇ ਦੌਰਾਨ ਜਿਹੜਾ ਉਹ ਫੈਸਲੇ ਲਏ ਗਏ ਨੇ, ਚਾਹੇ ਤੁਸੀਂ ਉਹ 370 ਲਾ ਲਓ, ਚਾਹੇ ਤੁਸੀਂ ਨੋਟਬੰਦੀ ਲਾ ਲਓ, ਚਾਹੇ ਤੁਸੀਂ CAA ਲਾ ਲਓ, ਚਾਹੇ ਤੁਸੀਂ GST ਲਾ ਲਓ, ਹੁਣ ਜਿਹੜੇ ਬਿੱਲ ਪਾਸ ਕੀਤੇ ਜਾ ਰਹੇ ਨੇ, ਇਸ ਤੋਂ ਇਲਾਵਾ ਕਿਸਾਨੀ ਜਿਹੜੇ ਕਾਨੂੰਨ ਪਾਸ ਕੀਤੇ ਗਏ ਨੇ, ਇਹ ਲਾ ਲਓ। ਤਾਨਾਸ਼ਾਹੀਆਂ ਲਗਾਤਾਰ ਚੱਲਦੀਆਂ ਆ ਰਹੀਆਂ ਨੇ, ਪਰ ਭਾਰਤੀ ਜਨਤਾ ਪਾਰਟੀ ਫਿਰ ਵੀ ਜਿਹੜੀ ਉਹ ਸਾਰੇ ਸੂਬਿਆਂ 'ਚ ਜਿੱਤਦੀ ਜਾ ਰਹੀ ਹੈ। ਜਿੱਤਦੀ ਤਾਂ ਨਹੀਂ ਜਾ ਰਹੀ, ਖੋਹਦੀ ਜਾ ਰਹੀ ਹੈ, ਇਹ ਜਿਹੜਾ ਦੀ ਕਿਹਾ ਜਾਵੇ, ਕਿਉਂਕਿ ਇਹ ਇੱਕ ਨਵਾਂ ਤਰੀਕਾ ਅਪਣਾਇਆ ਜਿਹੜਾ ਕਿ ਡੈਮੋਕ੍ਰੇਸੀ ਲਈ ਬਹੁਤ ਖਤਰਨਾਕ ਹੈ। ਆਪਾਂ ਜੇ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ, ਮੱਧ ਪ੍ਰਦੇਸ਼ ਦੇ ਵਿੱਚ ਲੋਕਾਂ ਨੇ ਵੋਟਾਂ ਤਾਂ ਕਾਂਗਰਸ ਨੂੰ ਪਾਈਆਂ ਸੀ ਨਾ, ਬਿਲਕੁਲ, ਔਰ ਉੱਥੇ ਹਟਾਇਆ ਗਿਆ ਸੀਗਾ ਇਹਨਾਂ ਨੂੰ। ਉੱਥੇ ਜਿਹੜੇ ਤਰੀਕੇ ਦੇ ਨਾਲ MLA ਖਰੀਦ ਲਏ ਗਏ ਉਹ ਸਭ ਦੇ ਸਾਹਮਣੇ ਆ। ਫਿਰ ਕਰਨਾਟਕਾ ਦੇ ਵਿੱਚ ਕੀ ਕੁਛ ਹੋਇਆ, ਉੱਥੇ ਵੀ ਜਿਹੜੀਆਂ ਵੋਟਾਂ ਸੀਗੀਆਂ ਉਹ ਯੇਦੂਯੁਰੱਪਾ ਨੂੰ ਥੋੜ੍ਹੀ ਪਾਈਆਂ ਸੀਗੀਆਂ ਜੀ। ਯੇਦੂਯੁਰੱਪਾ ਹੋਰਾਂ ਨੂੰ ਕਿਵੇਂ ਬਣਾਇਆ ਗਿਆ ਸਭ ਦੇ ਜਿਹੜਾ ਉਹ ਸਾਹਮਣੇ ਆ। ਮਹਾਰਾਸ਼ਟਰ ਦੇ ਵਿੱਚ ਇਹ ਖੇਡਣ ਦੀ ਕੋਸ਼ਿਸ਼ ਕੀਤੀ ਗਈ, ਤੜਕੇ 4 ਵਜੇ ਸਹੁੰ ਚੁਕਾਤੀ ਜਿਹੜੇ ਫੜਨਵੀਸ ਸੀ, ਨਹੀਂ ਗੱਲ ਬਣੀ। ਚਲੋ ਸੁਪਰੀਮ ਕੋਰਟ ਤੱਕ ਚਲੇ ਗਿਆ, ਜਾਂ ਉਹਦੇ 'ਚ ਸ਼ਰਦ ਪਵਾਰ ਹੋਰਾਂ ਵਰਗਾ ਇੱਕ ਘਾਗ ਸਿਆਸਤਦਾਨ ਆ ਗਿਆ ਜਿਹਦੀ ਸਿਆਸਤ ਨੂੰ ਆਮ ਬੰਦਾ ਨਹੀਂ ਸਮਝ ਸਕਦਾ, ਉਹਨੇ ਬਚਾ ਲਈ। ਰਾਜਸਥਾਨ ਦੇ ਵਿੱਚ ਸੰਨ ਤਾਂ ਲਾ ਲਈ ਸੀ ਇਹਨਾਂ ਨੇ, ਪਰ ਉਹ ਸੰਨ ਉਨੀ ਨਹੀਂ ਲੱਗ ਸਕੀ। ਕੋਸ਼ਿਸ਼ ਜਿਹੜੀ ਸੀ ਉਹ ਪੂਰੀ ਕੀਤੀ। ਜਿੱਥੇ ਹੁਣ ਇੱਥੇ ਦਿੱਲੀ ਦੇ ਵਿੱਚ ਜਿਹੜੀ ਉਹ ਸਮੱਸਿਆ ਇਹ ਆ ਕਿ ਉਹਨਾਂ ਦੇ ਕਿੰਨੇ ਉਹ ਖਰੀਦ ਲੈਣਗੇ, ਉਹ ਵਿਕ ਨਹੀਂ ਰਹੇ। ਇਹ ਗੱਲ ਤਾਂ ਦਿੱਲੀ ਦੇ MLAs ਦੇ ਉਹਨਾਂ ਨੂੰ ਕ੍ਰੈਡਿਟ ਜਾਂਦਾ ਹੈ ਕਿ ਸੈਕਿੰਡ ਟਰਮ ਉਹਨਾਂ ਦੀ ਚੱਲ ਰਹੀ ਹੈ। ਇੱਕ ਸਿੰਗਲ ਬੰਦਾ ਵੀ ਖਰੀਦਿਆ ਨਹੀਂ ਜਾ ਸਕਿਆ ਉਹਨਾਂ ਦਾ, ਜਿਹੜਾ ਇੱਕ ਸਿੰਗਲ ਵੀ। ਉਹ ਤੁਸੀਂ ਜੇ ਮੰਨ ਲਓ ਗਿਣਨੇ ਹੋਣ ਕਿ ਕਿੰਨੇ MLA ਨੇ, ਹਾਰਡਲੀ ਤੁਸੀਂ 8-10 MLA ਦੇ ਨਾਮ ਦੱਸ ਸਕਦੇ ਆ, ਸਾਰਿਆਂ ਦੇ ਨਹੀਂ ਦੱਸ ਸਕਦੇ, ਕਿਤੇ ਪਤਾ ਹੀ ਨਹੀਂ, ਅਨਨੋਨ ਲੋਕ ਨੇ, ਪਰ ਫਿਰ ਵੀ ਉਹ ਵਿਕੇ ਨਹੀਂ। ਔਰ ਇਸ ਕਰਕੇ ਉੱਥੇ ਫਿਰ ਜਿਹੜਾ ਜੀ ਉਹ ਦੂਜਾ ਤਰੀਕਾ ਅਪਣਾਉਣਾ ਸ਼ੁਰੂ ਕਰ ਦਿੱਤਾ। ਤਾਨਾਸ਼ਾਹੀ ਆ ਬਿਲਕੁਲ। ਡੈਮੋਕ੍ਰੇਸੀ ਦੇ ਤਾਂ ਇਹ ਨੇੜੇ ਤੇੜੇ ਵੀ ਨਹੀਂ। ਖੇਤੀਬਾੜੀ ਵਾਲੇ ਜਦੋਂ ਬਿੱਲ ਆਏ ਆ, ਉਦੋਂ ਜਿਸ ਤਰੀਕੇ ਨਾਲ ਰਾਜ ਸਭਾ ਦੇ ਵਿੱਚ ਪਾਸ ਕੀਤੇ ਗਏ, ਜਿਹਨੂੰ ਧਵਨੀ ਮਤੀ ਕਹਿੰਦੇ ਆ, ਹਾਂ ਵਾਲੇ ਹਾਂ ਬੋਲੋ, ਨਾ ਵਾਲੇ ਨਾ ਬੋਲੋ, ਹਾਂ ਵਾਲੋਂ ਕੀ ਸੰਖਿਆ ਜ਼ਿਆਦਾ ਹੈ, ਚਲੋ ਰੌਲਾ ਪਵਾਤਾ। ਐਤਕੀ ਜਿਹੜੀਆਂ 5 ਰਾਜਾਂ ਦੀਆਂ ਚੋਣਾਂ ਹੋ ਰਹੀਆਂ ਸੀ, ਇਹਨਾਂ ਨੂੰ ਪਤਾ ਹੁਣ ਪੱਛਮੀ ਬੰਗਾਲ ਜਿਹੜਾ ਉੱਥੋਂ ਦੇ ਰਾਜ ਸਭਾ ਦੇ ਮੈਂਬਰ ਕਿੰਨੇ ਨੇ, ਅਸਮ ਦੇ ਕਿੰਨੇ ਨੇ, ਜਾਂ ਜਿੱਥੇ ਕੇਰਲਾ ਦੇ ਕਿੰਨੇ ਨੇ, ਉਹ ਸਾਰੇ ਆਪੋ ਆਪਣੇ ਰਾਜਾਂ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਆ। ਇਹਨਾਂ ਨੂੰ ਪਤਾ ਸੀ ਕਿ ਰਾਜ ਸਭਾ ਦੇ ਵਿੱਚ ਅੜੀ ਨਹੀਂ ਪੈਣੀ ਐਤਕੀ। ਉਹ ਫਿਰ ਟੈਸਟ ਕਰਕੇ ਉਸ ਤਰੀਕੇ ਦੇ ਨਾਲ ਠਾਹ ਕਰਦਾ ਜਿਹੜਾ ਜੀ ਉਹ ਦਿੱਲੀ ਵਾਲਾ ਬਿੱਲ ਲੈ ਆਉਂਦਾ। ਜਦੋਂ ਦਿੱਲੀ ਦੀ ਜਨਤਾ ਜਿਹਨੂੰ ਚਾਹੁੰਦੀ ਆ, ਉਹਨਾਂ ਨੂੰ ਇਹ ਲੱਗ ਰਿਹਾ ਕਿ ਸਾਡੇ ਜਿਹੜੀਆਂ ਦੋ ਮੁੱਢਲੀਆਂ ਲੋੜਾਂ ਨੇ, ਚਾਹੇ ਉਹ ਐਜੂਕੇਸ਼ਨ ਦੀ ਹੈ ਅਤੇ ਨਾਲ ਹੈਲਥ ਦੀ ਹੈ, ਉਹ ਦੋਨਾਂ ਦੇ ਉੱਤੇ ਕੰਮ ਹੋਇਆ। ਇਹ ਤਾਂ ਵਿਸ਼ਵ ਮੰਨਦਾ। ਜਦੋਂ ਪ੍ਰੈਜ਼ੀਡੈਂਟ ਸਾਬਕਾ ਜਿਹੜੇ ਹੁਣ ਹੋ ਗਏ ਅਮਰੀਕਾ ਦੇ, ਟਰੰਪ ਹੋਰੀ ਇੱਥੇ ਆਏ, ਤਾਂ ਉਹਨਾਂ ਦੀ ਮਿਸਿਸ ਜਿਹੜਾ ਸੀ ਸਕੂਲ ਦੇਖਣ ਗਈ, ਉਹ ਦਿੱਲੀ ਦੀ ਸਰਕਾਰ ਵਾਲਾ ਸਕੂਲ ਦੇਖਣ ਗਈ ਸੀ। ਭਾਰਤੀ ਜਨਤਾ ਪਾਰਟੀ ਕੋਲੇ ਤਾਂ ਇੱਦਾਂ ਦਾ ਕੋਈ ਸਕੂਲ ਨਹੀਂ ਹੈਗਾ ਜਿਹੜਾ ਉਹ ਦਿਖਾ ਸਕਦੇ ਉਹਨਾਂ ਨੂੰ। ਇਹਦਾ ਮਤਲਬ ਤਾਂ ਇਹੀ ਹੈ ਨਾ ਵੀ ਉਹ ਉੱਥੇ ਗਈ ਆ ਦੇਖਣ। ਸਕੂਲ ਤਾਂ ਉਹ ਦਿਖਾਇਆ ਗਿਆ ਉਦੋਂ। ਹੁਣ ਉਹ ਜਿਹੜਾ ਬਿੱਲ ਲਿਆ ਕੇ ਬਿੱਲ ਪਾਸ ਵੀ ਕਰ ਲਿਆ, ਲੋਕ ਸਭਾ 'ਚੋਂ ਵੀ ਪਾਸ ਹੋ ਗਿਆ, ਰਾਜ ਸਭਾ 'ਚੋਂ ਵੀ ਪਾਸ ਹੋ ਗਿਆ। ਉੱਥੇ ਤਰੀਕਾ ਇਹ ਅਪਣਾ ਲਿਆ ਕਿ MLA ਖਰੀਦੇ ਨਹੀਂ ਜਾ ਰਹੇ, ਸਾਡੇ ਕੋਲੇ ਉਹਨੇ ਹੈ ਨਹੀਂ ਅਸੀਂ ਤੋੜ ਸਕੀਏ। ਰਾਜ ਕਰਨਾ, ਰਾਜ ਹੁਣ ਲੈਫਟੀਨੈਂਟ ਗਵਰਨਰ ਦੇ ਰਾਹੀਂ ਜਿਹੜਾ ਕਰਨਗੇ। ਇੱਕ ਕਿਸੇ ਨੇ ਟਵੀਟ ਕੀਤਾ ਸੀ ਜਾਂ ਹੈਸ਼ਟੈਗ ਚੱਲਦਾ ਸੀਗਾ ਵੀ ਮੈਂ ਤਾਂ LG ਨੂੰ ਵੋਟ ਨਹੀਂ ਪਾਈ, ਇੱਕ ਕੁਐਸਚਨ ਮਾਰਕ ਆ, ਮੈਂ LG ਨੂੰ ਵੋਟ ਨਹੀਂ ਪਾਈ, LG ਮੇਰੇ ਉੱਤੇ ਰਾਜ ਕਰੂਗਾ ਜੀ ਆ ਕੇ। ਜੇ ਤੁਹਾਨੂੰ ਲੱਗਦਾ ਕਿ ਜਿਹੜੀ ਚੁਣੀ ਹੋਈ ਸਰਕਾਰ ਹੈ ਉਹਦੇ ਨਾਲੋਂ ਬਿਹਤਰ ਉਪ ਰਾਜਪਾਲ ਜਾਂ ਰਾਜਪਾਲ ਜਿਹੜਾ ਉਹ ਸੱਤਾ ਚਲਾ ਸਕਦੇ ਆ,
ਫਿਰ ਸੌਖਾ ਜਿਹਾ ਤਰੀਕਾ, ਇੱਕ ਬਿੱਲ ਲਿਆਓ ਤੇ ਰਾਸ਼ਟਰਪਤੀ ਨੂੰ ਸਾਰੇ ਅਧਿਕਾਰ ਦੇ ਦਿਓ ਕਿ ਜਿੰਨੇ ਸੂਬਿਆਂ ਦੇ ਰਾਜਪਾਲ ਨੇ ਉਹ ਚਲਾਉਣਗੇ, ਸਾਰੇ ਮੁੱਖ ਮੰਤਰੀ ਉਹਦੇ ਅਧੀਨ ਹੋ ਜਾਣਗੇ, ਜਿਵੇਂ ਤੁਸੀਂ ਦਿੱਲੀ ਦੇ ਵਿੱਚ ਜਿਹੜਾ ਉਹ ਕੀਤਾ। ਫਿਰ ਕੰਮ ਮੁੱਕੇ ਜੀ। ਇਟ ਮੀਨਸ ਫਿਰ ਤੁਹਾਡੀ ਜਿਹੜੀ ਚੁਣੀ ਹੋਈ ਸਰਕਾਰ ਆ, ਜਿਹੜੀ ਸੁਪਰ ਮੈਜੋਰਿਟੀ ਦੇ ਵਿੱਚ, ਉਹਦੀ ਵੀ ਜ਼ਰੂਰਤ ਨਹੀਂ ਗੀ। ਫਿਰ ਤਾਂ ਤੁਸੀਂ ਇੱਦਾਂ ਦਾ ਲਿਆਓ ਨਾ, ਰਾਜਪਾਲ ਬਾਕੀਆਂ ਨੂੰ ਵੀ ਸਾਰਿਆਂ ਨੂੰ ਜਿਹੜਾ ਉਹ ਕਰ ਦਿਓ। ਜਦੋਂ ਜੰਮੂ ਕਸ਼ਮੀਰ ਦੇ ਰਾਜ ਦਾ ਦਰਜਾ ਖੋਇਆ ਗਿਆ, ਬਦਕਿਸਮਤੀ ਦੇ ਨਾਲ ਜਿਹੜੇ ਕੁਝ ਲੋਕਾਂ ਨੇ ਉਹਦਾ ਸਵਾਗਤ ਕੀਤਾ, ਉਹਦੇ 'ਚ ਅਰਵਿੰਦ ਕੇਜਰੀਵਾਲ ਵੀ ਸੀ। ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਗੱਲ ਉਦੋਂ ਕਹੀ ਸੀ ਕਿ ਅਸੀਂ ਸਵਾਗਤ ਕਰਦੇ ਹਾਂ ਸਰਕਾਰ ਦੇ ਇਸ ਫੈਸਲੇ ਦਾ। ਉਦੋਂ ਹੋ ਸਕਦਾ ਕਿ ਅਰਵਿੰਦ ਕੇਜਰੀਵਾਲ ਨੂੰ ਪਤਾ ਨਾ ਹੋਵੇ ਕਿ ਇਹ ਕਹਾਣੀ ਉਹਦੇ ਉੱਤੇ ਵੀ ਆ ਜਾਣੀ ਹੈ। ਅੱਛਾ, ਉਹਦਾ ਸਵਾਗਤ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਕੀਤਾ ਸੀ, ਹਰਸਿਮਰਤ ਕੌਰ ਬਾਦਲ ਹੋਰਾਂ ਨੇ ਵੀ ਕੀਤਾ ਸੀ ਕਿ ਸਰਕਾਰ ਦਾ ਫੈਸਲਾ ਬਹੁਤ ਸਹੀ ਹੈ। ਉਹ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਕਿ ਵੱਧ ਅਧਿਕਾਰਾਂ ਦੇ ਵਾਸਤੇ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੇ ਵਾਸਤੇ ਧਰਮ ਯੁੱਧ ਮੋਰਚੇ ਦੇ ਵਿੱਚ ਇੱਕ ਧਿਰ ਸੀ, ਵੱਡੀ ਧਿਰ ਸੀ। ਜਾਂ ਆਪਾਂ ਜੇ ਅਕਾਲੀ ਇਤਿਹਾਸ ਦੀ ਗੱਲ ਕਰੀਏ, ਅਕਾਲੀ ਦਲ ਬਾਦਲ ਦੇ ਇਤਿਹਾਸ ਦੀ ਨਹੀਂ, ਅਕਾਲੀ ਇਤਿਹਾਸ ਦੀ ਗੱਲ ਕਰੀਏ ਤਾਂ ਉਹ ਰਾਜਾਂ ਦੇ ਵੱਧ ਅਧਿਕਾਰਾਂ ਦੇ ਵਾਸਤੇ ਲੜਨ ਵਾਲੀ ਇੱਕ ਪਾਰਟੀ ਵਜੋਂ ਜਾਣਿਆ ਜਾਂਦਾ। ਦੇਖੋ, ਇਹ ਆ ਕਿ ਜੇ ਉਹ ਜਿਵੇਂ ਕਵਿਤਾ ਸੀ ਵੀ ਅੱਜ ਮੈਂ ਕਿਸੇ ਲਈ ਨਹੀਂ ਬੋਲਿਆ, ਕੱਲ੍ਹ ਨੂੰ ਮੇਰੀ ਵਾਰੀ ਜਿਹੜੀ ਉਹ ਆ ਗਈ, ਇਹ ਉਸੇ ਤਰੀਕੇ ਦਾ ਹਾਲ ਹੋ ਰਿਹਾ। ਜੇ ਜੰਮੂ ਕਸ਼ਮੀਰ ਉਹ ਰਾਜ ਨਹੀਂ ਰਿਹਾ, ਰਾਜ ਰਹਿਣਾ ਚਾਹੀਦਾ ਸੀਗਾ, ਉਹਨੂੰ ਰਾਜ ਤੋਂ ਤੋੜਿਆ ਨਹੀਂ ਸੀ ਜਾਣਾ ਚਾਹੀਦਾ। ਹੁਣ ਦਿੱਲੀ ਨੂੰ ਜਿਸ ਤਰੀਕੇ ਨਾਲ ਕਰ ਲਿਆ, ਕੱਲ੍ਹ ਨੂੰ ਇਹਦਾ ਮਤਲਬ ਪੰਜਾਬ ਦੀ ਵਾਰੀ ਵੀ ਆਊਗੀ। ਬਿਲਕੁਲ ਆਊਗੀ, ਜਿਵੇਂ ਜਿੱਥੇ ਜਿੱਤਿਆ ਨਹੀਂ ਜਾ ਰਿਹਾ ਉਹਨੂੰ ਉਹਦੇ ਅਧੀਨ ਕਰ ਲੈਂਦੇ ਨੇ। ਹਾਂ, ਇੱਥੇ SYL ਦਾ ਮਸਲਾ ਹੈ, ਕੁਝ ਹੋਰ ਮਸਲੇ ਨੇ, ਉਹਨੂੰ ਹੱਲ ਕਰਨ ਦੇ ਵਾਸਤੇ ਇਹ ਕਿਹਾ ਜਾ ਰਿਹਾ। ਵੈਸੇ ਇਹ ਗੱਲ ਤੁਸੀਂ ਵੀ ਸੁਣੀ ਹੋਣੀ ਹੈ ਕਿ ਬੜੀ ਚੱਲੀ ਸੀਗੀ ਵੀ ਕੁਝ ਰਾਜ ਜਿਹੜੇ ਨੇ ਉਹ ਜੰਮੂ ਕਸ਼ਮੀਰ ਜਿਹੜਾ ਬਣਾਇਆ ਕੇਂਦਰੀ ਰਾਜ ਉਹਦੇ 'ਚ ਜੋੜ ਦਿਓ, ਕੁਝ ਨੂੰ ਹਿਮਾਚਲ 'ਚ ਪਾ ਦਿਓ, ਕੁਝ ਨੂੰ ਯੂਨੀਅਨ ਟੈਰੀਟਰੀ ਜਿਹੜੀ ਉਹ ਬਣਾ ਦਿਓ। ਇਹ ਕਿਸਾਨ ਅੰਦੋਲਨ ਆ ਗਿਆ। ਜੇ ਕਿਸਾਨ ਅੰਦੋਲਨ ਨਾ ਆਉਂਦਾ ਤੇ ਲੋਕ ਸਭਾ ਦਾ ਜਿਹੜਾ ਲੰਘਿਆ ਸੈਸ਼ਨ ਆ, ਇਹਦੇ ਵਿੱਚ ਕਈ ਹੋਰ ਬਿੱਲ ਜਿਹੜੇ ਆ ਜਾਣੇ ਸੀ। ਬਿਜਲੀ ਵਾਲਾ ਜਿਹੜਾ ਉਹ ਆ ਜਾਣਾ ਸੀਗਾ, ਖਾਦਾਂ ਵਾਲਾ ਆ ਜਾਣਾ ਸੀ, ਬੀਜ ਵਾਲਾ ਆ ਜਾਣਾ ਸੀਗਾ। ਮਤਲਬ ਕਿ ਇੰਨਾ ਕੁਝ ਜਿਹੜਾ ਉਹ ਹੋ ਜਾਣਾ ਕਿ ਹਰ ਬੰਦਾ ਜਿਹੜਾ ਉਹ ਤੰਗ ਹੋ ਜਾਏ। ਤੰਗ ਤਾਂ ਹੋ ਗਿਆ। 100 ਰੁਪਏ ਲੀਟਰ ਨੂੰ ਪੈਟਰੋਲ ਜਿਹੜਾ ਪਹੁੰਚ ਗਿਆ, ਡੀਜ਼ਲ ਕਿੱਥੇ ਪਹੁੰਚ ਗਿਆ, ਸਾਡਾ ਸਿਲੰਡਰ ਜਿਹੜਾ ਜੀ ਉਹ ਕਿਸ ਜਗ੍ਹਾ 'ਤੇ ਚੱਲ ਗਿਆ, ਉਹਦੀ ਸਬਸਿਡੀ ਲਗਭਗ ਖਤਮ ਹੋ ਗਈ। DAP ਖਾਦ ਹੈ ਉਹਦਾ ਚੁੱਪ ਕੀਤੀਆਂ ਪ੍ਰਾਈਸਿਸ ਜਿਹੜੀਆਂ ਵਧਾਤੀਆਂ, ਸਾਰਿਆਂ ਦੀਆਂ ਜਿਹੜੀਆਂ ਉਹ ਵੱਧ ਗਈਆਂ। ਜਿਹੜਾ FCI ਨੇ ਕੀਤਾ ਹੁਣ ਸਿੱਧੇ ਖਾਤਿਆਂ ਦੇ ਵਿੱਚ, ਇਹ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਮੁਸੀਬਤ ਜਿਹੜਾ ਬਣੂਗਾ। ਇਹ ਜਿੰਨੇ ਫੈਸਲੇ ਨੇ ਇਹ ਡਿਕਟੇਟਰਸ਼ਾਹੀ ਵਾਲੇ ਫੈਸਲੇ ਨੇ ਇਹ, ਔਰ ਲੋਕਾਂ ਦੇ ਅਗੇਂਸਟ ਨੇ ਸਾਰੇ ਫੈਸਲੇ ਜੀ। ਫਿਰ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਉਹ ਫਿਰ ਕਿ ਵੀ ਆਏਗਾ ਤਾਂ ਮੋਦੀ, ਫਿਰ ਗੱਲ ਜਿਹੜੀ ਜੀ ਉਹ ਉੱਥੇ ਇਸੇ ਕਰਕੇ ਮੈਂ ਕਿਹਾ ਨਾ ਵੀ ਜਿੱਤੀ ਫਿਰ ਵੀ ਉਹੀ ਜਾ ਰਿਹਾ। ਹਾਂ, ਉਹ ਮਸ਼ੀਨਾਂ ਨੇ, ਜਿੰਨੀ ਦੇਰ ਤੱਕ ਉਹਨਾਂ ਦੇ ਕੋਲੇ EVM ਮਸ਼ੀਨਾਂ ਨੇ। ਇੱਕ ਉਹ ਭਗਤ ਕਹਿ ਰਿਹਾ ਸੀ, ਉਹਦੀ ਵੀਡੀਓ ਫੇਮਸ ਹੋਈ, ਉਹ ਕਹਿੰਦਾ ਜਿੰਨੀ ਦੇਰ ਤੱਕ ਸਾਡੇ ਕੋਲੇ EVM ਹੈ ਸਾਨੂੰ ਘਬਰਾਉਣ ਦੀ ਜਿਹੜੀ ਉਹ ਕੀ ਲੋੜ ਹੈ। ਪਰ ਇਹਦੇ ਨਾਲ ਕੁਲਵੰਤ ਸਿੰਘ ਜੀ ਇੱਕ ਜਿਹੜੀ ਚੀਜ਼ ਵੇਖਣ ਵਾਲੀ ਇਹ ਆ, ਕਿਉਂਕਿ ਇਹ ਉੱਦਾਂ ਦਾ ਟਾਈਮ ਨਹੀਂ ਹੈਗਾ ਹੁਣ ਕਿ ਤੁਸੀਂ ਘਰ ਦੀ ਕੁੰਡੀ ਲਾਈ ਅਤੇ ਅੰਦਰ ਬਹਿ ਜਾਓਗੇ ਤੁਸੀਂ। ਅੱਜ ਜਿਹੜਾ ਟਾਈਮ ਹੈਗਾ ਉਹ ਹੈਗਾ ਜਿਹਦੇ ਬੂਹੇ ਖੁੱਲ੍ਹੇ ਆ। ਅਜੇ ਮਾਫ਼ ਕਰਨਾ, ਮੁਲਕ ਦੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਦਾਅ ਦੇ ਉੱਤੇ ਵਿਸ਼ਵ ਪੱਧਰ ਦੇ ਉੱਤੇ ਲੱਗੀ ਹੋਈ ਹੈ। ਠੀਕ ਹੈ ਨਾ ਜੀ। ਉਹ ਚਾਹੇ ਜਿਹੜੀਆਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਕੁਝ ਮੁਲਕਾਂ ਦੇ ਵੱਲੋਂ ਇਹ ਖੇਤੀ ਅੰਦੋਲਨ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ, ਟਾਈਮ ਵਰਗੇ ਮੈਗਜ਼ੀਨ ਦੇ ਵੱਲੋਂ ਜਿਹੜੀਆਂ ਉਹ ਕੀਤੀਆਂ ਗਈਆਂ ਟਿੱਪਣੀਆਂ, ਬ੍ਰਿਟਨ ਦੇ ਵਿੱਚ ਉਹਨਾਂ ਦੇ ਹੇਠਲੇ ਤੇ ਉੱਪਰਲੇ ਸਦਨ ਦੇ ਵਿੱਚ ਦੋਨਾਂ ਦੇ ਵਿੱਚ ਬਹਿਸ ਹੋਣੀ, ਅਮਰੀਕਾ ਦੇ ਵਿੱਚ ਜਿਹੜੀ ਉਹ ਬਹਿਸ ਹੋਣੀ, ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਵੱਲੋਂ ਉਹਦੇ ਬਾਰੇ ਬੋਲਿਆ ਜਾਣਾ। ਰਿਹਾਨਾ ਵਰਗੇ ਜਿਹੜੇ ਬਿਲਕੁਲ UNO ਦੇ ਵਿੱਚ ਡਾਕਟਰ ਦਰਸ਼ਨਪਾਲ ਹੋਣੀ ਬੋਲੇ। ਹਾਂਜੀ, ਰਿਹਾਨਾ ਦਾ ਟਵੀਟ ਹੈ, ਗ੍ਰੇਟਾ ਹੈ ਉਹਦਾ ਟਵੀਟ ਹੈ, ਜਾਂ ਜਿਸ ਕਿਸਮ ਦੇ ਹਾਂ ਜਿੰਨਾ ਕੁਝ ਆ ਰਿਹਾ ਜਾਂ ਜਿਵੇਂ ਦਬਾਇਆ ਜਾ ਰਿਹਾ ਕਿ ਜੋ ਅਸੀਂ ਕਹਾਂਗੇ ਉਹ ਆ, ਨਹੀਂ ਤਾਂ ਜਿਹੜਾ ਉਲਟ ਬੋਲੂਗਾ ਉਹਨੂੰ ਦਬਾ ਲਿਆ ਜਾਊ। ਸਾਨੂੰ ਤਾਂ ਆਪ ਨਹੀਂ ਪਤਾ ਕਿ ਕਦੋਂ ਕਿਹਦੀ ਵਾਰੀ ਜਿਹੜੀ ਆ ਉਹ ਆ ਜਾਣੀ ਹੈ, ਕੁਛ ਨਹੀਂ ਪਤਾ ਇਸ ਮਾਮਲੇ ਦੇ ਉੱਤੇ। ਪਰ ਇਹ ਆ ਕਿ ਤੁਸੀਂ ਲੋਕਾਂ ਨੂੰ ਕਿੰਨੀ ਦੇਰ ਤੱਕ ਜਿਹੜਾ ਜੀ ਉਹ ਦਬਾ ਸਕਦੇ ਹੋ, ਔਰ ਜਾਂ ਇਸ ਤਰੀਕੇ ਦੇ ਨਾਲ, ਕਿਉਂਕਿ ਜੇ ਤੁਸੀਂ ਪਿੱਛੇ ਚੱਲ ਜਾਓ 7 ਸਾਲ 7.5 ਸਾਲ ਪਿੱਛੇ ਚੱਲੋ, ਜਦੋਂ ਅਜੇ ਭਾਰਤੀ ਜਨਤਾ ਪਾਰਟੀ ਆਪੋਜੀਸ਼ਨ ਦੇ ਵਿੱਚ ਸੀ, ਉਹਨਾਂ ਦੇ ਬਿਆਨ ਤੁਸੀਂ ਲੋਕ ਸਭਾ ਦੇ ਵਿੱਚ ਬਹਿਸ ਦੇ ਵਿੱਚ ਜੇਤਲੀ ਸਾਹਿਬ ਵਾਲੇ ਸੁਣ ਲਓ, ਜਿਹੜੇ ਹੁਣ ਦੁਨੀਆ 'ਚ ਨਹੀਂ ਹੈਗੇ। ਆਪਣੇ ਜਿਹੜੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਹੋਰੀ ਹੁੰਦੇ ਸੀ, ਉਹ ਵੀ ਦੁਨੀਆ 'ਚ ਨਹੀਂ ਹੈਗੇ, ਉਹਨਾਂ ਦੇ ਬਿਆਨ ਸੁਣ ਲਓ। ਮੋਦੀ ਸਾਹਿਬ ਦੇ ਭਾਸ਼ਣ ਜਿਹੜੇ ਉਹ ਤੁਸੀਂ ਸੁਣ ਲਓ, ਵਿਰੋਧੀ ਧਿਰ 'ਚ ਹੁੰਦੇ ਆ, ਉਹ ਕੀ ਕਹਿੰਦੇ ਨੇ। FDI ਦੇ ਵਿਰੋਧ ਦੇ ਵਿੱਚ ਖੜ੍ਹਦੇ ਨੇ ਕਿ FDI ਮੁਲਕ ਨੂੰ ਆਉਂਦਿਆਂ ਸਾਰ 100% ਕਰ ਦਿੰਦੇ ਆ ਜੀ। GST ਦੇ ਵਿਰੋਧ ਦੇ ਵਿੱਚ ਖੜ੍ਹਦੇ ਨੇ ਕਿ GST ਨੇ ਆਉਂਦਿਆਂ ਸਾਰ GST ਜਿਹੜੀ ਉਹ ਲਾ ਦਿੱਤੀ ਜਾਂਦੀ ਹੈ। ਨੋਟਬੰਦੀ ਨੇ ਛੋਟੇ ਜਿਹੜੇ ਲੋਕ ਸੀਗੇ ਜੀ, ਛੋਟੇ ਬਿਜ਼ਨਸ ਸੀ, ਉਹ ਤਬਾਹ ਕਰ ਦਿੱਤੇ ਜੀ।
ਘਰ ਤਬਾਹ ਕਰਤੇ ਕਈਆਂ ਦੇ, ਘਰਾਂ ਦੇ ਘਰ ਤਬਾਹ ਹੋ ਗਏ। ਉਹ ਸਰਾਣੇ ਥੱਲੇ ਹੀ ਰੱਖੇ ਹੁੰਦੇ ਸੀ, ਸਿੰਪਲ ਜੀ ਗੱਲ। ਕਿੰਨੇ ਕੁ ਪੈਸੇ ਹੁੰਦੇ ਸੀਗੇ ਜੀ, ਕਿਸੇ ਨੇ ਕਿਤੇ ਲੁਕੋਤੇ, ਕਿਸੇ ਨੇ ਕਿਤੇ ਲੁਕੋਤੇ, ਉਹ ਮਾਰੇ ਗਏ। ਰੀਅਲ ਸਟੇਟ ਜਿਹੜਾ ਬਿਜ਼ਨਸ ਹੈ ਉਹ ਮੁਲਕ ਦੇ ਵਿੱਚ ਇਕੋਨਮੀ ਨੂੰ ਗੇੜਦਾ ਸੀ ਜੀ, ਚਾਹੇ ਕੁਝ ਵੀ ਹੈ ਜੀ। ਅੱਛਾ, ਉਹ ਚੱਲਦਾ ਸੀ 2 ਨੰਬਰ ਦੇ ਪੈਸੇ ਨਾਲ, ਠੀਕ ਹੈ ਨਾ। ਰਜਿਸਟਰੀ ਕੋਈ ਵੀ ਜਿਹੜੇ 10 ਲੱਖ ਦੀ ਲੈਂਦਾ ਉਹ 10 ਦੀ ਪੂਰੀ ਨਹੀਂ ਕਰਾਉਂਦਾ, ਉੱਥੋਂ ਹੀ ਉਹ ਚੱਲਦੀ। ਅੱਛਾ, ਉਹ ਜਿਹੜਾ ਚੱਕਰ ਸੀਗਾ ਚੱਲਦਾ, ਉਹ ਚੱਕਰ ਸਾਰਾ ਖਤਮ ਕਰ ਲਿਆ ਉਸ ਨੋਟਬੰਦੀ ਨੇ। ਇਹ ਉਦੋਂ ਕਹਿ ਕੇ ਅੱਜ ਵੀ ਉਹ ਭਾਸ਼ਣ ਪਏ ਨੇ ਕਿ ਮੈਨੂੰ ਇੰਨੇ ਦਿਨ 50 ਦਿਨ ਦੇ ਦਿਓ, ਨਾ ਹੋਇਆ ਤਾਂ ਮੈਨੂੰ ਚੌਕ 'ਚ ਖੜਾ ਕਰ ਲਿਓ। ਹੁਣ ਉਹਦੇ ਉੱਤੇ ਕੀ ਫਿਰ ਕੀਤਾ ਜਾਵੇ ਜੀ? ਉਹ ਕਿੰਨਾ ਚਿਰ ਹੁਣ ਤਾਂ ਹੋ ਗਿਆ ਜੀ, ਅਜੇ ਤੱਕ ਉਹ ਨੋਟ ਹੀ ਗਿਣੀ ਜਾ ਰਹੇ ਆ, ਅਜੇ ਤੱਕ ਐਗਜ਼ੈਕਟ ਫਿਗਰ ਨਹੀਂ ਦੱਸੀ ਕਿ ਕਿੰਨੇ ਨੋਟ ਆਏ, ਕਿੱਥੇ ਗਏ। ਔਰ ਸਭ ਨੂੰ ਪਤਾ ਕਿ ਬੈਂਕਾਂ ਦੇ ਨਾਲ ਮਿਲ ਕੇ ਤਕੜੇ ਲੋਕਾਂ ਨੇ ਰਾਤੋਂ ਰਾਤ ਕਿਵੇਂ ਉਹ ਪਹਿਲਾਂ ਕਨਵਰਟ ਕਰਾ ਲਏ, ਮਾਰੇ ਗਏ ਤੁਹਾਡੇ ਸਾਡੇ ਵਰਗੇ ਜੀ। ਅੱਛਾ ਪੰਨੂ ਸਾਹਿਬ, ਤੁਸੀਂ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਉਹ ਵਿਕੇ ਨਹੀਂ ਹੈਗੇ। ਖਾਸ ਆਦਮੀਆਂ ਨੂੰ ਆਪਾਂ ਨੇ ਮੌਕਾ ਦੇ ਲਿਆ, ਆਮ ਆਦਮੀਆਂ ਨੂੰ ਦੇਣਾ ਚਾਹੀਦਾ। ਦੇਖੋ, ਦਿੱਲੀ ਦੀ ਤੇ ਪੰਜਾਬ ਦੀ ਸਿਚੁਏਸ਼ਨ ਹੋ ਰਿਹਾ। ਪੰਜਾਬ ਦੇ ਵਿੱਚ ਆਮ ਆਦਮੀਆਂ ਨੂੰ ਪਿਛਲੀ ਵਾਰੀ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੇ, ਉਹਦੇ 'ਚ ਇੱਕ ਮਿਸਟਰ ਸੰਦੋਆ ਨੇ, ਉਹ ਟੈਕਸੀ ਚਲਾਉਂਦੇ ਸੀ। ਅੱਛਾ, ਜਦੋਂ ਉਹ ਜਿੱਤ ਗਏ ਉਦੋਂ ਬਾਅਦ ਛਾਲ ਮਾਰ ਕੇ ਇਹ ਕਿਹਾ ਜਾਂਦਾ ਸੀ ਵੀ ਉਹ ਕੁਝ ਪੈਸੇ ਲੈ ਗਏ, ਉਹ ਕਾਂਗਰਸ ਚਲੇ ਗਏ। ਲਏ ਜਾਂ ਨਹੀਂ ਲਏ ਉਹਦਾ ਕੋਈ ਸਬੂਤ ਨਹੀਂ ਹੈਗਾ, ਉਹ ਕਾਂਗਰਸ 'ਚ ਚਲੇ ਗਏ। ਭਦੌੜ ਤੋਂ ਜਿੱਤੇ ਸਨ ਪਿਰਮਲ ਸਿੰਘ ਖਾਲਸਾ। ਮੈਂ ਉਹਨਾਂ ਨੂੰ ਇੱਥੇ ਪੰਜਾਬ ਰਾਜ ਬਿਜਲੀ ਬੋਰਡ ਦੇ ਦਫ਼ਤਰ ਦੇ ਬਾਹਰ ਸੰਘਰਸ਼ ਕਰਦਿਆਂ ਨੂੰ ਬਹੁਤ ਮਹੀਨਿਆਂ ਤੱਕ ਦੇਖਿਆ, ਕੁੱਟ ਵੀ ਬੜੀ ਖਾਧੀ ਉਹਨਾਂ ਨੇ। ਉਹਨਾਂ ਨੂੰ ਉਹ ਜਿਹੜੀ ਅਨਐਮਪਲੋਇਮੈਂਟ ਯੂਨੀਅਨ ਹੈ ਉਹਨਾਂ ਦੇ ਪ੍ਰੈਜ਼ੀਡੈਂਟ ਸਨ, ਉਹਨੂੰ ਟਿਕਟ ਦੇ ਦਿੱਤੀ। ਜਿੱਤਣ ਤੋਂ ਬਾਅਦ ਕਦੀ ਪਿਰਮਲ ਸਿੰਘ ਹੋਰਾਂ ਨੇ ਉਹਨਾਂ ਦੇ ਬਾਰੇ ਗੱਲ ਕੀਤੀ, ਉਹਨਾਂ ਤੋਂ ਸੁਣੀ, ਉਹ ਛੱਡ ਕੇ ਪਰਾਂ ਜਿਹੜਾ ਦੀ ਹੋ ਗਈ। ਇੱਕ ਸਾਬਕਾ ਨੌਕਰਸ਼ਾਹ ਜਿਹੜੇ ਸੀਗੇ ਨਾਜਰ ਸਿੰਘ ਮਾਨਸ਼ਾਹੀਆ, ਆਮ ਆਦਮੀ ਨੂੰ ਟਿਕਟ ਦਿੱਤੀ ਜੀ, ਉਹ ਛਾਲ ਮਾਰ ਕੇ ਕਿੱਧਰ ਤੁਰੇ ਫਿਰਦੇ ਆ, ਉਹ ਸਭ ਦੇ ਜਿਹੜਾ ਉਹ ਸਾਹਮਣੇ ਆ। ਸੁਖਪਾਲ ਖਹਿਰਾ ਹੋਣੀ, ਹਾਂ ਸੁਖਪਾਲ, ਚਲੋ ਸੁਖਪਾਲ ਖਹਿਰਾ ਹੋਰੀ ਤਾਂ ਪੋਲੀਟੀਸ਼ੀਅਨ ਨੇ, ਉਹ ਤਾਂ ਖੇਡਦੇ ਹੀ ਪੋਲੀਟਿਕਸ ਨੇ। ਕੰਵਰ ਸੰਧੂ ਹੋਰੀ ਸਨ ਪੱਤਰਕਾਰ, ਠੀਕ ਹੈ ਨਾ ਜੀ। ਉਹ ਜਿੰਨੀ ਦੇਰ ਤੱਕ ਤਾਂ ਉਹ ਲਿਖਦੇ ਰਹੇ, ਬਹੁਤ ਵਧੀਆ ਲਿਖਦੇ, ਅੱਜ ਵੀ ਪੱਤਰਕਾਰ ਦੇ ਤੌਰ ਦੇ ਉੱਤੇ ਉਹਨਾਂ ਦੀ ਬਹੁਤ ਰਿਗਾਰਡ ਹੈ। ਜਦੋਂ MLA ਬਣੇ ਫਿਰ ਉਹਨਾਂ ਨੇ ਕੀ ਕੀਤਾ ਜੀ, ਉਹ ਕਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਸਾਈਡ ਨੂੰ ਚਲੇ ਗਏ, ਖੁਦ ਮੁਖਤਿਆਰੀ। ਜਾਂ ਤਾਂ ਉਹਨਾਂ ਇਸ਼ੂਜ਼ ਦੇ ਉੱਤੇ ਤੁਸੀਂ ਚੋਣਾਂ ਲੜੀਆਂ ਹੁੰਦੀਆਂ ਕਿ ਖੁਦ ਜੱਗਾ ਕਿੱਥੋਂ ਰਾਏਕੋਟ ਤੋਂ ਹਾਂਜੀ, ਉਹਨੂੰ ਕੌਣ ਜਾਣਦਾ ਸੀਗਾ, ਉਹਨੂੰ ਬੰਦੇ ਨੂੰ ਚੁੱਕ ਕੇ ਟਿਕਟ ਆਮ ਆਦਮੀ ਪਾਰਟੀ ਨੇ ਦਿੱਤੀ, MLA ਬਣ ਗਿਆ, ਮੁੜ ਕੇ ਛਾਲ ਮਾਰ ਕੇ ਕਿਹੜੇ ਤਰੀਕੇ ਨਾਲ ਜਿਹੜਾ ਜੀ ਉਹ ਚਲੇ ਗਿਆ। ਕਮਾਲੂ ਨੇ, ਉਹ ਤੁਸੀਂ ਦੇਖ ਲਓ। ਇੱਥੇ ਮਤਲਬ ਕਿ ਸਾਡੀ ਫਿਤਰਤ ਦੇ ਵਿੱਚ ਅਸੀਂ ਤਾਂ ਹੁਣ ਉਹਨਾਂ ਨਾਲ ਵੀ ਕੰਪੇਅਰ ਨਹੀਂ ਕਰ ਸਕਦੇ। ਪਰ ਜਿਹੜੇ ਉਮੀਦ ਸੀ ਸੁਪਰੀਮ ਕੋਰਟ ਦੇ ਵਕੀਲ ਨੇ ਆਪਣਾ ਫੂਲਕਾ ਸਾਹਿਬ, ਉਹ ਵੀ ਅਸਤੀਫਾ ਦੇ ਗਏ। ਮੈਂ ਉਹੀ ਤੇ ਹੈ ਤਾਂ ਪੰਜਾਬ ਦੇ ਨਾ ਉਹ ਜੀ, ਤਾਂ ਸਾਡੀ ਇਹ ਫਿਤਰਤ ਦੇ ਵਿੱਚ ਜਿਹੜਾ ਜੀ ਉਹ ਵੜ ਗਿਆ ਹੋਇਆ। ਐਕਚੁਅਲੀ ਕੁਲਵੰਤ ਸਿੰਘ ਜੀ, ਮੈਂ ਇੱਕ ਦਿਨ ਗੱਲ ਵੀ ਕਰਦਾ ਸੀਗਾ ਵੀ ਜੇ ਤੁਸੀਂ ਕੁਝ ਬਦਲਣਾ ਚਾਹੁੰਦੇ ਆ ਤੇ ਜਿਹੜੀ ਨਵੀਂ ਜਨਰੇਸ਼ਨ ਆ ਨਾ, ਉਹਨੂੰ ਪੰਚੀ ਸਰਪੰਚੀ ਤੋਂ ਨਿਗਮ ਤੋਂ ਸ਼ੁਰੂ ਕਰਨਾ ਪਊ। ਅਸੀਂ ਮਾਰਦੇ ਛਾਲ, ਅਸੀਂ ਚਾਹੇ ਵਿਦੇਸ਼ਾਂ 'ਚ ਚਾਹੇ ਇੱਥੇ, ਅਸੀਂ ਕਹਿੰਦੇ ਜਾਂ ਤਾਂ ਮੈਂ MLA ਬਣੂੰਗਾ ਜਾਂ ਮੈਂ MP ਬਣੂੰਗਾ। ਜੇ ਹੱਦ ਹੋ ਗਈ ਡੇਗੇ ਤਾਂ ਫਿਰ ਚੇਅਰਮੈਨ ਹੀ ਪੱਕੀ ਹੈ ਜੀ। ਇਦੋਂ ਘੱਟ ਅਸੀਂ ਸਮਝੌਤਾ ਕਰਨ ਦੇ ਵਾਸਤੇ ਜਿਹੜਾ ਉਹ ਤਿਆਰ ਨਹੀਂ। ਅੱਛਾ, ਬਣਨਾ ਕਿਉਂ ਚਾਹੁੰਦੇ ਆ, ਇਹ ਵੱਡਾ ਪੁਆਇੰਟ ਹੈ ਜੀ। ਉਹ ਕਿਉਂਕਿ ਜਿਹੜਾ ਉਹ ਸੇਵਾ ਲਈ ਆਓ, ਜਿਹੜਾ ਸੀਗਾ ਸਿੱਖਣ ਲਈ ਆਓ, ਸੇਵਾ ਲਈ ਜਾਓ ਹੁੰਦਾ ਸੀ ਨਾ ਜੀ। ਸੇਵਾ ਤੁਸੀਂ ਉਹ ਗੱਲ ਕਰਦੇ ਸੀ ਆਫ ਦੀ ਏਅਰ ਵੀ, ਇੱਕ ਨਾਅਰਾ ਸੀਗਾ ਰਾਜ ਨਹੀਂ ਸੇਵਾ ਜੀ। ਤੇ ਉਹ ਕਿਸੇ ਜਗ੍ਹਾ ਦੇ ਉੱਤੇ ਨਾ ਜਿੱਥੇ ਰੇਤਾ ਚੁੱਕੀ ਜਾਂਦੀ ਸੀ, ਉੱਥੋਂ ਦੇ ਸ਼ਾਸਕ ਨੇ, ਰਾਜੇ ਨੇ ਬੋਰਡ ਲਵਾਤਾ, ਕਹਿੰਦਾ ਰੇਤਾ ਆਪਾਂ ਨੂੰ ਰੋਕਣੀ ਆ। ਤੇ ਉੱਥੇ ਉਹਨੇ ਬੋਰਡ ਜਿਹੜਾ ਲਵਾਇਆ, ਉਹਦੇ ਉੱਤੇ ਲਿਖਿਆ ਸੀਗਾ ਵੀ ਰੋਕੋ ਮਤ ਜਾਣੇ ਦੋ। ਤੇ ਉਹਨੇ ਜਿਹਨੇ ਬੋਰਡ ਲਿਖਣਾ ਸੀ, ਉਹਨੂੰ ਅਗਲਾ ਜਾ ਕੇ ਮਿਲ ਲਿਆ, ਉਹ ਕਹਿੰਦਾ ਕੌਮੇ ਦੀ ਗੱਲ ਹੈ, ਗਾਂਹ ਪਿਛਾਂ ਕਰਦੇ। ਤੇ ਉਹਨੇ ਲਿਖਤਾ ਰੋਕੋ ਮਤ ਜਾਣੇ ਦੋ। ਤੋ ਇਹ ਉਹ ਸੀ ਰਾਜ ਨਹੀਂ ਸੇਵਾ। ਉਹ ਰਾਜ ਤੋਂ ਬਾਅਦ ਕੌਮਾ ਸੀ, ਰਾਜ ਨਹੀਂ ਸੇਵਾ, ਠੀਕ ਹੈ ਨਾ। ਉਹ ਇਦਾਂ ਦਾ ਹੋ ਗਿਆ। ਆਉਣਾ ਕਿਉਂ ਚਾਹੁੰਦਾ ਪੋਲੀਟਿਕਸ ਦੇ ਵਿੱਚ ਕੋਈ ਵੀ ਜਿਹੜਾ ਵਿਅਕਤੀ, ਤੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਜਾਂ ਓਵਰਆਲ ਗੱਲ ਕਰੀਏ, ਰਕਮ ਆਪਣੇ ਡਬਲ ਟ੍ਰਿਪਲ 100 ਰੁਪਈਆ ਲਾ ਕੇ ਅਗਲਾ ਕਰੋੜ ਰੁਪਈਆ ਕਮਾਉਣਾ ਚਾਹੁੰਦਾ। ਜੇ 100 ਲਾ ਕੇ 500 ਕਮਾਉਣਾ ਚਾਹੁੰਦਾ ਹੋਵੇ ਨਾ, ਤਾਂ ਕੁਲਵੰਤ ਸਿੰਘ ਦੀ ਗੱਲ ਸਹਿੰਦੀ ਗੱਲ ਸਮਝ ਆ ਜਾਂਦੀ ਹੈ। ਇਹਨਾਂ ਇੱਥੇ ਪੋਲੀਟਿਕਸ ਦੇ ਵਿੱਚ ਆਏ ਲੋਕਾਂ ਦੀ ਸਾਰੀਆਂ ਪਾਰਟੀਆਂ ਦੀ ਉਹ ਇੰਨੀ ਤਮਾ ਵੱਧ ਗਈ ਹੋਈ ਹੈ ਕਿ ਹੁਣ ਤਾਂ ਜਿਹੜਾ 100 ਕਰੋੜ ਦਾ ਘਪਲਾ, ਉਹਦੀ ਤਾਂ ਖਬਰ ਹੀ ਨਹੀਂ ਗਈ। ਉਹ ਪੱਤਰਕਾਰ ਵੀ ਕਹੋਗੇ ਕੋਈ ਖਬਰ ਹੈ ਯਾਰ, 100 ਕਰੋੜ ਦੀ ਕਾਹਦੀ ਹੈ? ਕੋਈ 500-700 ਕਰੋੜ ਦਾ, 1000 ਕਰੋੜ ਦਾ ਘਪਲਾ ਹੈ ਤਾਂ ਉਹ ਦੱਸ। 2000 ਕਰੋੜ ਰੁਪਈਏ ਦਾ ਇਰੀਗੇਸ਼ਨ ਡਿਪਾਰਟਮੈਂਟ ਦੇ ਵਿੱਚ ਘਪਲਾ ਹੋਇਆ, ਜਿਹਦੇ ਵਿੱਚ ਉਹ ਗੁਰਿੰਦਰ ਸਿੰਘ ਭਾਪਾ ਫੜਿਆ ਗਿਆ ਸੀਗਾ। ਉਹ ਕਿੱਥੇ ਹੈ ਘਪਲਾ ਅੱਜ? ਜਿਹੜੀ ਇੱਕ ਸਕਾਰਪੀਓ ਦੇ ਵਿੱਚ ਕਿੰਨਾ ਪੈਸਾ ਪਿਛਲੀ ਗੱਠਜੋੜ ਦੀ ਸਰਕਾਰ ਦੇ ਵੇਲੇ ਮੋਗੇ ਤੋਂ ਫੜਿਆ ਗਿਆ ਸੀਗਾ, ਪੈਸਟੀਸਾਈਡ ਘੁਟਾਲਾ ਸੀਗਾ, ਹਜ਼ਾਰਾਂ ਕਰੋੜ ਦਾ ਘੁਟਾਲਾ ਸੀ ਜੀ। ਉਹ ਕਿੱਥੇ ਹੈ ਜੀ? ਕੈਪਟਨ ਸਾਹਿਬ ਦੀ ਸਰਕਾਰ ਨੂੰ 4 ਸਾਲ ਹੋ ਗਏ ਜੀ।
ਕਿੰਨੇ ਕਿੰਨੇ ਘੁਟਾਲੇ ਪਿਛਲੀ ਸਰਕਾਰ 'ਚ ਹੋਏ। ਇਹ ਸਰਕਾਰ ਇਹ ਕਹਿ ਕੇ ਆਈ ਸੀ ਕਿ ਅਸੀਂ ਜਾਂਚ ਕਰਾਵਾਂਗੇ। ਇਟ ਮੀਨਸ ਕਿ ਹੁਣ ਇਹ ਹੋ ਗਿਆ ਨਾ ਵੀ ਉਹ ਇੰਗਲਿਸ਼ ਦੀ ਕਹਾਵਤ ਆ ਵੀ ਯੂ ਸਕ੍ਰੈਚ ਮਾਈ ਬੈਕ ਐਂਡ ਆਈ ਡੂ ਯੂਅਰਸ। ਮੈਂ ਤੇਰੀ ਪਿੱਠ ਖੁਰਕੂੰਗਾ, ਤੂੰ ਮੇਰੀ ਪਿੱਠ ਖੁਰਕ ਦੇ। ਇਹਨਾਂ ਨੇ ਉਹਨਾਂ ਦੀ ਪਿੱਠ ਖੁਰਕੀ। ਇਹਨਾਂ ਨੂੰ ਇਹ ਲੱਗਦਾ ਕਿ ਜਦੋਂ ਅਗਲੀ ਵਾਰੀ ਉਹ ਆ ਜਾਣਗੇ ਫਿਰ ਸਾਨੂੰ ਕੁਝ ਨਹੀਂ ਕਹਿਣਗੇ। ਘੱਟੋ ਘੱਟ ਇਹ ਮਿਲ ਕੇ ਜਿਹੜਾ ਦੀ ਇਹ ਪੰਜਾਬ ਦੇ ਵਿੱਚ ਤਾਂ ਐਸੀ ਹਨੇਰੀ ਜਿਹੜੀ ਉਹ ਉੱਠ ਪਈ ਹੋਈ ਆ ਕਿ ਪੋਲੀਟਿਕਸ ਦੇ ਵਿੱਚ ਜੇ ਕੋਈ ਆਉਣਾ ਚਾਹੁੰਦਾ ਉਹ ਸੁਧਾਰ ਦੇ ਵਾਸਤੇ ਨਹੀਂ ਆਉਣਾ ਚਾਹੁੰਦਾ, ਉਹ ਤਾਂ ਕਮਾਉਣ ਦੇ ਵਾਸਤੇ ਆਉਣਾ ਚਾਹੁੰਦਾ। ਮੈਂ ਸਮਝਦਾ ਕਿ ਇਸ ਪੱਖੋਂ ਦਿੱਲੀ ਦੇ MLAs ਦੀ ਤਾਰੀਫ ਹੋਣੀ ਚਾਹੀਦੀ ਹੈ। ਉਹਨਾਂ ਲੋਕਾਂ ਨੇ ਜ਼ਮੀਰ ਤਾਂ ਨਹੀਂ ਮਾਰਿਆ ਆਪਣਾ। ਉਹ ਦੂਜੀ ਟਰਮ ਦੇ ਵਿੱਚ, ਈਵਨ ਉਹਦੇ ਵਿੱਚ ਕੁਝ ਤੀਜੀ ਟਰਮ ਦੇ ਵਿੱਚ ਵੀ ਨਹੀਂ, ਜਦੋਂ ਕੁਝ ਦਿਨਾਂ ਦੇ ਵਾਸਤੇ ਬਣੀ ਸੀਗੀ ਸਰਕਾਰ, ਤੀਜੀ ਟਰਮ ਦੇ ਵਿੱਚ ਵੀ ਨੇ ਉਹਨਾਂ ਨੂੰ ਕਿਤੇ ਆਫਰ ਨਹੀਂ ਹੋਈ। ਬਹੁਤ ਆਫਰਸ ਉਹਨਾਂ ਨੂੰ ਹੋਈਆਂ ਵੀ ਕਿਸੇ ਤਰੀਕੇ ਨਾਲ। ਤੁਹਾਨੂੰ ਯਾਦ ਹੋਣਾ ਜਦੋਂ ਇੱਕ ਵਾਰੀ ਸੁਪਰੀਮ ਕੋਰਟ ਤੱਕ ਮਾਮਲਾ ਚਲੇ ਗਿਆ ਸੀ, ਚੋਣ ਕਮਿਸ਼ਨ ਕੋਲੇ ਮਾਮਲਾ, ਇੱਕ ਸਿੰਗਲ ਬੰਦਾ ਵੀ ਖਰੀਦਿਆ ਨਹੀਂ ਜਾ ਸਕਿਆ ਉਹਨਾਂ ਦਾ। ਪਰ ਪੰਨੂ ਸਾਹਿਬ, ਕੇਂਦਰ ਸਰਕਾਰ ਜਿਹੜੀ ਉਹ ਤਾਨਾਸ਼ਾਹੀਆਂ ਦੇ ਉੱਤੇ ਉਤਰੀ ਹੋਈ ਹੈ। ਪੰਜਾਬ ਦੇ ਵਿੱਚ ਜਿਨ੍ਹਾਂ ਨੂੰ ਮੌਕਾ ਦਿੱਤਾ ਗਿਆ ਉਹ ਆਪਣੇ ਛਾਲਾ ਮਾਰਨ 'ਤੇ ਲੱਗ ਗਏ। ਫਿਰ ਹੁਣ ਜਨਤਾ ਦੇ ਕੋਲੇ ਅੱਗੇ ਹੋਰ ਜਿਹੜਾ ਉਹ ਰਸਤਾ ਕੀ ਹੈ? ਇਹ ਸਭ ਤੋਂ ਵੱਡਾ ਸਵਾਲ ਕੁਲਵੰਤ ਸਿੰਘ ਜੀ। ਇਹਦਾ ਜਵਾਬ ਹੈ ਨਹੀਂ ਗਾ। ਮੇਰਾ ਖਿਆਲ ਸਮੇਂ ਦੇ ਗਰਭ ਦੇ ਵਿੱਚ ਹੈ ਇਹਦਾ ਜਿਹੜਾ ਜਵਾਬ। ਕਿਉਂਕਿ ਜੇ ਸਹੀ ਪੁੱਛੋ ਤਾਂ ਜਿਹੜਾ ਆਮ ਬੰਦਾ ਜਦੋਂ ਨਿਰਾਸ਼ ਹੋ ਜਾਂਦਾ ਜੀ ਫਿਰ ਉਹ ਬਾਗੀ ਹੁੰਦਾ। ਠੀਕ ਹੈ ਨਾ ਜੀ। ਤਾਂ ਉਹ ਕਿੱਧਰ ਨੂੰ ਜਾਊਗਾ? ਤਾਂ ਮੈਂ ਕਹਿੰਦਾ ਕਿ ਜਿਹੜੀ ਡੈਮੋਕ੍ਰੇਸੀ ਆ ਉਹਦੇ ਤੋਂ ਵਿਸ਼ਵਾਸ ਨਹੀਂ ਉੱਠਣਾ ਚਾਹੀਦਾ ਲੋਕਾਂ ਦਾ, ਜੇ ਉਹਨੂੰ ਜਿਉਂਦਾ ਰੱਖਣਾ ਤਾਂ। ਉਹਦੇ ਵਾਸਤੇ ਜਿਹੜੀ ਬਾਹਰਲੇ ਮੁਲਕਾਂ ਦੇ ਵਿੱਚ ਮੰਨ ਲਓ ਜੇ ਚਲੋ ਐਤਕੀ ਤਾਂ ਅਮਰੀਕਾ ਨੇ ਇੱਥੋਂ ਵਾਲੀ ਮਿਸਾਲ ਪੈਦਾ ਕਰਤੀ। ਉੱਥੇ ਨਹੀਂ ਤਾਂ ਇਹ ਹੁੰਦਾ ਸੀਗਾ ਵੀ ਜਦੋਂ ਕੋਈ ਜਿੱਤ ਗਿਆ ਅਤੇ ਜਿਹੜਾ ਹਾਰਦਾ ਸੀ ਉਹ ਨਾਲ ਦੀ ਨਾਲ ਉਹਦੇ ਕੋਲੇ ਜਾਂਦਾ ਸੀ ਜਿੱਥੇ ਉਹ ਪਾਰਟੀ ਵਗੈਰਾ ਕਰ ਰਹੇ ਸੀ, ਬਈ ਤੂੰ ਜਿੱਤ ਗਿਆ, ਤੈਨੂੰ ਮੁਬਾਰਕ, ਹੁਣ ਤੂੰ ਕੰਮ ਕਰ, ਅਸੀਂ ਕੰਮ ਕਰਾਂਗੇ ਅਗਲੀ ਵਾਰੀ ਫਿਰ ਜਿਹੜਾ ਉਹ ਜਿੱਤਣ ਦੇ ਵਾਸਤੇ, ਜਾਂ ਅਗਲੀ ਵਾਰੀ ਅਸੀਂ ਫਿਰ ਟਰਾਈ ਕਰਾਂਗੇ। ਇੱਥੇ ਜਿਹੜੀ ਆ ਜੀ ਜਦੋਂ ਰਾਜਨੀਤੀ ਜਿਹੜੀ ਆ ਉਹ PK ਨੁਮਾ ਆ ਜਾਵੇ ਕੁਲਵੰਤ ਸਿੰਘ ਜੀ, PK ਨੁਮਾ, ਪ੍ਰਸ਼ਾਂਤ ਕਿਸ਼ੋਰ ਨੁਮਾ, ਇੱਕ ਬੰਦੇ ਨੂੰ ਹਾਇਰ ਕੀਤਾ ਜਾਵੇ ਇਸ ਵਾਸਤੇ ਕਿ ਤੂੰ ਸਿਰਫ ਜਿਤਾਉਣਾ। ਐਥਿਕਸ ਜਾਂ ਜਿਹੜੀ ਡੈਮੋਕ੍ਰੇਸੀ ਉਹ ਕਿੱਥੇ ਰਹਿ ਜਾਂਦੀ ਆ? ਪੱਛਮੀ ਬੰਗਾਲ ਦੇ ਵਿੱਚ ਉਹ ਮਮਤਾ ਬੈਨਰਜੀ ਹੋਰਾਂ ਨੇ ਹਾਇਰ ਕੀਤੇ ਹੋਏ ਆ। ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹਾਇਰ ਕਰ ਲਏ। ਪੱਛਮੀ ਬੰਗਾਲ ਦੇ ਵਿੱਚ ਕਾਂਗਰਸ ਮਮਤਾ ਬੈਨਰਜੀ ਹੋਰਾਂ ਦੀ ਪਾਰਟੀ ਦੇ ਅਗੇਂਸਟ ਲੜ ਰਹੀ ਹੈ। ਇਹ ਕੈਸਾ ਜਿਹੜਾ ਜੀ ਉਹ ਇਨਸਾਫ ਹੋਊਗਾ? ਜਾਂ ਬੰਦਾ ਮਤਲਬ ਸਿਰਫ ਪੈਸਾ ਇਟ ਮੀਨਸ ਕਿ, ਜਾਂ ਸਿਰਫ ਇੱਕ ਜਿੱਤਣਾ, ਜੋ ਕੁਝ ਜਿਵੇਂ ਪਿਛਲੇ ਵਾਅਦੇ ਜਿਹੜੇ ਸੀਗੇ ਉਹ ਕੀਤੇ ਗਏ, ਸਾਰੀਆਂ ਵਾਅਦੇ ਕਰ ਲਏ, ਕਿੱਥੋਂ ਤੱਕ ਚਲੇ ਗਏ? ਕਿੱਥੋਂ ਤੱਕ ਚਲੇ ਗਿਆ? ਜਦੋਂ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਆ ਗਈ ਫਿਰ ਬੰਦਾ ਉਹਦੇ ਤੋਂ ਤੰਗ ਹੋਊਗਾ। ਜਿਹੜਾ ਵਿਅਕਤੀ ਤੰਗ, ਉਹਦੇ 'ਚ ਸਿਰਫ ਇਹ ਆ ਜੀ ਕਿ ਇਹਦੇ ਵਿੱਚ ਵੜਨਾ ਪਊਗਾ, ਨਵੀਂ ਜਨਰੇਸ਼ਨ ਨੂੰ ਵੜਨਾ ਪਊਗਾ। ਉਹ MLA MP ਦੀ ਝਾਕ ਨਾ ਰੱਖੇ। ਬਹੁਤ ਸਾਰੇ ਪਿੰਡਾਂ ਦੇ ਸਰਪੰਚ ਨਵੀਂ ਜਨਰੇਸ਼ਨ ਹੈਗੀ ਹੈ, ਪੜ੍ਹੇ ਲਿਖੇ ਨੇ, ਔਰ ਉਹ ਪਿੰਡ ਦਾ ਬਹੁਤ ਸ਼ਾਨਦਾਰ ਤਰੀਕੇ ਨਾਲ ਸਵਾਰ ਰਿਹਾ। ਉਹਨਾਂ ਦੇ ਪਿੰਡਾਂ ਦੇ ਵਿੱਚ ਦੁਸ਼ਮਣੀਆਂ ਨਾ ਮਾਤਰ ਨੇ, ਜੇ ਹੈਗੀਆਂ ਨੇ ਤਾਂ ਬਹੁਤ ਥੋੜ੍ਹੀਆਂ ਨੇ। ਉਹ ਬਹਿ ਕੇ ਫੈਸਲੇ ਜਿਹੜੇ ਉਹ ਕਰ ਰਹੇ ਆ। ਮੈਂ ਬਹੁਤ ਸਾਰੇ ਪਿੰਡਾਂ ਦੀ ਮਿਸਾਲ ਦੇ ਸਕਦਾ ਜੀ, ਅੱਧੀ ਦਰਜਨ ਤਾਂ ਮੈਨੂੰ ਮੂੰਹ ਜ਼ਬਾਨੀ ਜਿਹੜਾ ਉਹ ਯਾਦ ਨੇ। ਪਰ ਉੱਦਾਂ ਉਸ ਤਰੀਕੇ ਦੇ ਨਾਲ ਸਾਡੀ ਨਵੀਂ ਜਨਰੇਸ਼ਨ ਨੂੰ ਇਹ ਸੋਚਣਾ ਪਊਗਾ ਜੀ। ਉਹ ਛੱਡ ਕੇ ਬਾਹਰ ਜਾ ਰਹੀ ਹੈ, ਠੀਕ ਹੈ, ਉਹ ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦਾ, ਇਸ ਕਰਕੇ ਗਲਤ ਨਹੀਂ ਕਹਿੰਦਾ। ਉਹਨਾਂ ਨੇ ਵੀ ਫਿਊਚਰ ਆਪਣਾ ਜਿਹੜਾ ਉਹ ਭਾਲਣਾ। ਜੇ ਨਹੀਂ ਲੱਭ ਰਿਹਾ ਇੱਥੇ, ਉਹਨਾਂ ਨੂੰ ਦੀਦਾ ਕਿ ਨੌਕਰੀਆਂ ਹੈ ਨਹੀਂ ਹੈ, ਪਰ ਇੱਦਾਂ ਦਾ ਨਹੀਂ ਹੈਗਾ ਕਿ ਇੱਥੇ ਨਹੀਂ ਹੈਗਾ ਫਿਊਚਰ। ਹੁਣ ਇੱਥੇ ਜੇ ਦੇਖਿਆ ਜਾਵੇ ਤਾਂ ਕੱਲ੍ਹ ਨੂੰ ਆਉਣ ਵਾਲੇ ਸਮੇਂ ਦੇ ਦੌਰਾਨ ਕੌਣ SSP ਲੱਗਣਗੇ, ਕੌਣ ਡਿਪਟੀ ਕਮਿਸ਼ਨਰ ਜਿਹੜੇ ਉਹ ਲੱਗਣਗੇ, ਕੌਣ DSP ਲੱਗਣਗੇ। ਤੁਸੀਂ ਰਜਿੰਦਰਾ ਹਸਪੀਟਲ ਦੇ ਵਿੱਚ ਜਾਣਾ, ਉੱਥੇ ਵਾਰਡ ਦੇ ਉੱਤੇ ਜਿਹੜੇ ਬਾਹਰ ਲੱਗੇ ਹੋਏ ਕੌਣ ਡਾਕਟਰ ਨੇ ਉਹ ਬੋਰਡ ਪੜ੍ਹਨਾ, ਇਹ ਦੇਖਣਾ ਉਹਦੇ 'ਚ ਪੰਜਾਬੀ ਕਿੰਨੇ ਨੇ। ਤੁਹਾਨੂੰ ਉਹ ਨਹੀਂ ਲੱਭ ਰਹੇ ਇਸ ਵੇਲੇ। ਇਸ ਕਰਕੇ ਸਾਡਾ ਜਿਹੜਾ ਪੰਜਾਬੀਆਂ ਦੇ ਹਾਲਾਤ ਨੇ ਉਹ ਆਰੀਅਨਸ ਵਾਲੇ ਹੋ ਜਾਣੇ ਆ ਵੀ ਅਸੀਂ ਪੂਰੀ ਦੁਨੀਆ 'ਚ ਤਾਂ ਫੈਲ ਜਾਵਾਂਗੇ, ਸਾਡੀਆਂ ਜੜ੍ਹਾਂ ਮੁੱਕ ਜਾਣੀਆਂ ਇੱਥੋਂ। ਇਹ ਲਗਭਗ ਤਕਰੀਬਨ ਉਸ ਪਾਸੇ ਵੱਲ ਨੂੰ ਕਹਾਣੀ ਜਾ ਰਹੀ ਹੈ। ਜਿਹੜਾ ਇਹ ਸੰਘਰਸ਼ ਚੱਲ ਰਿਹਾ ਕਿਸਾਨੀ ਦਾ, ਇਹ ਹੋਂਦ ਦਾ ਸੰਘਰਸ਼ ਕਿਉਂ ਮੰਨਿਆ ਜਾ ਰਿਹਾ? ਜੇ ਜ਼ਮੀਨਾਂ ਰਹੀਆਂ ਤਾਂ ਸਾਡੇ ਵੱਡ ਵਡੇਰੇ ਰਹਿਣਗੇ ਨਾ, ਉਹਨਾਂ ਦੇ ਨਾਮ ਰਹਿਣਗੇ। ਨਹੀਂ ਤਾਂ ਹਾਲਾਤ ਜਿਹੜੇ ਕੁਲਵੰਤ ਸਿੰਘ ਜੀ ਇਸ ਤਰ੍ਹਾਂ ਦੇ ਹੋ ਜਾਣਗੇ, ਫਿਰ ਕਿੱਧਰ ਨੂੰ ਜਾਣਗੇ ਲੋਕ? ਇਹ ਉੱਠ ਕੇ ਕਿਸ ਪਾਸੇ ਵੱਲ ਨੂੰ ਜਾਣਗੇ? ਕਿਸਾਨੀ ਜਿਹੜੀ ਆ ਉਹਨਾਂ ਦੇ ਕੋਲੇ ਹੋਰ ਕੁਝ ਹੈ ਨਹੀਂ ਵਿਚਾਰਿਆਂ ਕੋਲੇ ਕਰਨ ਨੂੰ। ਉਹ ਇਹੀ ਕੁਝ ਕਰ ਸਕਦੇ ਆ ਕਿਉਂਕਿ ਉਹਨਾਂ ਦੀ ਐਗਰੀਕਲਚਰ ਵੀ ਹੈ, ਉਹਨਾਂ ਦੇ ਕਲਚਰ ਵੀ ਇਹੀ ਹੈ। ਇਸ ਕਰਕੇ ਜਿਹੜਾ ਤੁਸੀਂ ਸਵਾਲ ਪੁੱਛ ਰਹੇ, ਇਹ ਰਾਜਨੀਤਿਕਾਂ ਦਾ ਕ੍ਰੀਏਟ ਕੀਤਾ ਹੋਇਆ ਸਾਰਾ ਕੁਝ, ਕਿ ਜੋ ਕੁਛ ਆ ਉਹ ਸਾਡਾ, ਜੋ ਕੁਛ ਆ ਸਾਡਾ। ਅੱਜ ਪਾਕਿਸਤਾਨ ਦੇ ਨਾਲ ਸੰਬੰਧ ਠੀਕ ਹੋਣੇ ਸ਼ੁਰੂ ਹੋ ਗਏ ਨਾ, ਬੜੀ ਚੰਗੀ ਗੱਲ ਹੈ। ਆਪਾਂ ਗੱਲ ਕੀਤੀ ਸੀਗੀ ਕਿ ਹਾਈਵੇ ਕਿਉਂ ਇੰਨੇ ਬਣ ਰਹੇ ਆ। ਇੱਥੇ ਪਟਿਆਲੇ ਦੇ ਵਿੱਚ ਵੀ ਬੈਠੇ ਆ ਹਾਈਵੇ 'ਤੇ, ਜਿਹੜੇ ਦਿੱਲੀ ਕਟੜਾ ਅਤੇ ਜਾਮਨਗਰ ਅੰਮ੍ਰਿਤਸਰ ਹਾਈਵੇ ਜਿਹੜੇ ਨਿਕਲ ਰਹੇ ਆ, ਉਹ ਅੰਮ੍ਰਿਤਸਰ ਕਿਉਂ ਜਾ ਕੇ ਐਂਡ ਹੋ ਰਿਹਾ ਉਹਨਾਂ ਦਾ? ਇਹ ਸਾਰਾ ਉਸ ਬਿਜ਼ਨਸ ਵੱਲ ਨੂੰ ਜਾ ਰਿਹਾ। ਪਾਕਿਸਤਾਨ ਦੇ ਥਰੂ UAE ਤੱਕ ਬਿਜ਼ਨਸ ਹੋਣਾ, ਸੜਕ ਜਿਹੜੀ ਉਹ ਬਣੀ ਹੋਈ ਹੈ।
ਇਹ ਜਿਹੜਾ ਪੁਰਾਣਾ ਰੂਟ ਹੁੰਦਾ ਸੀ, ਸਿਲਕ ਰੂਟ ਜਿਹਨੂੰ ਕਹਿੰਦੇ ਸੀ, ਉਹ ਦੁਬਾਰਾ ਖੁੱਲ੍ਹਣਾ। ਉਹਦੇ ਤੋਂ ਤੁਸੀਂ ਮੈਂ ਜਾਂ ਕਿਸਾਨ ਜਿਹੜਾ ਜਿਹਦੇ ਕੋਲੇ 4 ਖੱਤੇ ਹੈਗੇ ਆ, ਉਹ ਨਾ ਕਿਤੇ ਕਮਾ ਲੇ। ਉਹਦੇ ਉੱਤੇ ਕਾਰਪੋਰੇਟ ਆ ਕੇ ਬਹਿ ਜਾਣਾ ਚਾਹੁੰਦੇ ਆ, ਜਿਹੜੇ ਕਿ ਇਲੈਕਸ਼ਨ ਨੂੰ ਸਪੋਂਸਰ ਕਰਦੇ ਆ। ਕਹਾਣੀ ਫਿਰ ਉੱਥੇ ਆ ਜਾਂਦੀ ਹੈ ਜੀ। ਇਹ ਸਾਰਾ ਤੁਹਾਨੂੰ ਚੱਕਰ ਸਮਝਣਾ ਪਊਗਾ। ਇਲੈਕਸ਼ਨ ਨੂੰ ਸਪੋਂਸਰਸ਼ਿਪ ਦੀ ਕਿਉਂ ਜ਼ਰੂਰਤ ਪਈ? ਇਲੈਕਸ਼ਨ ਮਹਿੰਗੀ ਹੋ ਗਈ, ਤੁਸੀਂ ਨਹੀਂ ਲੜ ਸਕਦੇ, ਮੈਂ ਨਹੀਂ ਲੜ ਸਕਦਾ, ਸਾਡੇ ਕੋਲ ਕਰੋੜ ਰੁਪਈਆ ਹੋਣਾ ਹੀ ਨਹੀਂ ਜਿਹਦੇ ਨਾਲ 1 ਕਰੋੜ ਨਾਲ ਇਲੈਕਸ਼ਨ ਹੀ ਨਹੀਂ ਲੜੀ ਜਾ ਸਕਦੀ। ਤਾਂ ਕਈ ਕਰੋੜ ਜਿਹੜਾ ਉਹਦੇ ਉੱਤੇ ਲੱਗ ਜਾਂਦਾ। ਫਿਰ ਅਗਲੇ ਉਹ ਕਹਿੰਦੇ ਆ ਕਿ ਤੁਹਾਡਾ ਅਸੀਂ ਸਪੋਂਸਰ ਕਰਦੇ ਹਾਂ। ਸਪੋਂਸਰ ਦੇ ਅਫਜ਼ਾਨੇ ਦੇ ਵਿੱਚ ਫਿਰ ਉਹ ਕੀ ਭਾਲਦੇ ਆ, ਉਹ ਸਾਰਿਆਂ ਦੇ ਸਾਹਮਣੇ ਆ, ਜਿਹੜੇ ਖੇਤੀ ਕਾਨੂੰਨ ਜਿਹੜੇ ਉਹ ਆਏ ਆ। ਪਰ ਮਾਫ਼ ਕਰਨਾ, ਮੈਂ ਤੁਹਾਨੂੰ ਰੋਕ ਰਿਹਾ ਕਿ ਤੁਸੀਂ ਗੱਲ ਕੀਤੀ ਕਿ ਇਲੈਕਸ਼ਨ ਬਹੁਤ ਮਹਿੰਗੀ ਹੋ ਗਈ, ਕਰੋੜ ਰੁਪਏ ਜਿਹੜੇ ਲੱਗ ਜਾਂਦਾ। ਪਰ ਆਮ ਆਦਮੀ ਪਾਰਟੀ ਦੇ ਵਿੱਚ ਸੰਦੋਆ ਸਾਹਿਬ ਦਾ ਤੁਸੀਂ ਨਾਮ ਲਿਆ, ਬਿਰਮਲ ਸਿੰਘ ਖਾਲਸਾ ਦਾ ਨਾਮ ਲਿਆ, ਦਿੱਲੀ ਦੇ ਵਿੱਚ ਵੀ ਬਹੁਤ ਸਾਰੇ ਐਸੇ ਹੈਗੇ ਨੇ ਜਿਹੜੇ ਨਾਮ ਜਿਨ੍ਹਾਂ ਨੇ ਇਲੈਕਸ਼ਨ ਲੜੀ ਹੈ ਅਤੇ ਉਹ ਆਮ ਸੀਗੇ ਅਤੇ ਅੱਜ ਉਹ MLA ਬਣ ਗਏ ਨੇ ਅਤੇ ਕਈ ਮਿਨਿਸਟਰ ਵੀ ਬਣੇ ਹੋਏ। ਨਹੀਂ, ਉਹ ਤਾਂ ਉਹ ਦਿੱਲੀ ਦੇ ਵਿੱਚ, ਇੱਥੇ ਫਿਰ ਉਹੀ ਗੱਲ ਆ ਗਈ ਨਾ, ਫਰਕ ਵੀ ਹੈ। ਪਿਛਲੀ ਵਾਰੀ ਜਿਹੜੀ ਇੱਕ ਮੂਵਮੈਂਟ ਬਣੀ ਹੋਈ ਸੀ, ਬਹੁਤ ਵੱਡੀ ਮੂਵਮੈਂਟ ਉਦੋਂ ਬਣੀ ਹੋਈ ਸੀ, ਉਹਦੇ ਵਿੱਚ ਆਮ ਬੰਦੇ ਬਣੇ ਨੇ, ਕੋਈ ਖਾਸ ਨਹੀਂ। ਪਰ ਉਹਨਾਂ ਆਮ ਜਿਹੜੇ ਬਿਨਾਂ ਪੈਸੇ ਤੋਂ ਬਣੇ, ਮੈਨੂੰ ਪਤਾ ਉਹਨਾਂ ਦੀਆਂ 15 JCB ਮਸ਼ੀਨਾਂ ਚੱਲਦੀਆਂ ਨੇ ਅੱਜ ਵੀ, ਪੰਜਾਬ ਦੇ ਵਿੱਚ ਨਹੀਂ ਚੱਲਦੀਆਂ, ਹਿਮਾਚਲ 'ਚ ਚੱਲਦੀਆਂ ਨੇ। ਇੱਕ ਤਾਂ ਮੈਂ ਜ਼ਿਕਰ ਵੀ ਕਰਕੇ ਸਮਝ ਲੈਣਾ ਉਹ ਕਿਹਦੀਆਂ ਜਿਹੜੀਆਂ ਚੱਲਦੀਆਂ ਨੇ, ਔਰ ਉਹਨਾਂ ਦੇ ਕਿੰਨੇ ਟਿੱਪਰ ਚੱਲਦੇ ਆ, ਇਹ ਵੀ ਜਿਹੜਾ ਉਹ ਪਤਾ। ਰੇਤਾ ਦੇ ਕਾਰੋਬਾਰ 'ਤੇ ਉਹ ਕਿੰਨੇ ਪੈਸੇ ਲੈਂਦੇ ਆ ਜੀ। ਕਹਾਣੀ ਫਿਰ ਉਹ ਆ ਗਈ ਨਾ, ਉਹ ਆਮ ਨਹੀਂ ਰਹੇ, ਉਹ ਵੀ ਖਾਸ ਬਣ ਗਏ। ਪੈਸਾ ਬਣਾਉਣਾ, ਤਾਈਓ ਲੜਾਈ ਝਗੜੇ ਵੀ ਹੋਏ ਸੀਗੇ ਪਿੱਛੇ ਜੀ, ਉੱਥੋਂ ਹੀ ਨਿਕਲੇ ਹੋਏ ਆ ਜੀ, ਉਹਨਾਂ ਜਗ੍ਹਾ ਤੋਂ ਨਿਕਲੇ ਹੋਏ ਆ। ਇਲੈਕਸ਼ਨਾਂ ਆ ਲੈਂਦੇ ਹੋ, ਆਪਾਂ ਗੱਲਬਾਤ ਕਰਾਂਗੇ, ਮੈਂ ਤੁਹਾਨੂੰ ਨਾਂ ਲੈ ਕੇ ਦੱਸੂਗਾ ਕਿ ਕਿੰਨੀਆਂ JCB ਮਸ਼ੀਨਾਂ ਨੇ। ਮੈਂ ਤਾਂ ਸਮਝ ਗਿਆ, ਮੈਨੂੰ ਲੱਗਦਾ ਜਨਤਾ ਵੀ ਸਮਝ ਆਏਗੀ। ਅੱਛਾ, ਆਪਾਂ ਤਾਨਾਸ਼ਾਹੀਆਂ ਦੀ ਜਿਹੜੀ ਗੱਲ ਕਰ ਰਹੇ ਸੀਗੇ ਕਿ ਕੇਂਦਰੀ ਜਿਹੜੀ ਤਾਨਾਸ਼ਾਹੀਆਂ ਜਿਹੜੀਆਂ ਉਹਦੇ ਜਿਹੜਾ ਇੱਕ ਦੁਨੀਆ ਦੇ ਪੱਧਰ ਦੇ ਉੱਤੇ ਜਿਹੜਾ ਉਹ ਹਿੰਦੁਸਤਾਨ ਨੂੰ ਇੱਕ ਅਜਿਹੇ ਮੁਕਾਮ 'ਤੇ ਪਹੁੰਚਾਦਾ ਹੈ ਜਿਹਦੇ 'ਚ ਸਵਾਲ ਖੜ੍ਹੇ ਹੋ ਗਏ ਨੇ ਵੱਡੇ ਲੈਵਲ ਦੇ ਉੱਤੇ। ਬਾਹਰਲੇ ਮੁਲਕ ਦੇ ਜਿਹੜੇ ਸਿਆਸਤਦਾਨ ਨੇ ਜਾਂ ਉੱਥੇ ਦੇ ਰਾਜ ਕਰ ਰਹੇ ਨੇ ਲੋਕ, ਉਹ ਵੀ ਜਿਹੜੇ ਵੱਡੇ ਸਵਾਲ ਚੱਕ ਰਹੇ ਨੇ ਇੱਥੋਂ ਦੀ ਜਿਹੜੀ ਹੈ ਉਹ ਲੋਕਤੰਤਰ ਦੇ ਉੱਤੇ। ਪਰ ਆਪਾਂ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੀ ਤਾਂ ਇੱਕ ਕਿਸਮ ਦੀ ਤਾਨਾਸ਼ਾਹੀ ਹੋ ਰਹੀ ਹੈ। ਜੇ ਆਪਾਂ ਪ੍ਰਸ਼ਾਂਤ ਕਿਸ਼ੋਰ ਆ ਕੇ ਜਿਹੜੇ ਨੇ MLAਆਂ ਦੀ ਜਿਹੜੀ ਉਹ ਕਲਾਸ ਲੈ ਰਹੇ ਨੇ, ਉਹਨਾਂ ਤੋਂ ਪੁੱਛ ਰਹੇ ਨੇ, ਤਾਂ ਫਿਰ ਜਿਹੜੇ ਆਪਣੇ ਸੁਨੀਲ ਜਾਖੜ ਉਹਨਾਂ ਦੀ ਤਾਂ ਹੋਣ ਦੀ ਕੋਈ ਬੱਚੀ, ਜਿਵੇਂ ਅਕਾਲੀ ਦਲ ਕਹਿ ਰਿਹਾ। ਨਹੀਂ, ਪ੍ਰੋਟੋਕੋਲ ਤਾਂ ਟੁੱਟ ਗਿਆ ਜੀ, ਇਹ 'ਚ ਕੋਈ ਸ਼ੱਕ ਨਹੀਂ, ਪ੍ਰੋਟੋਕੋਲ ਤਾਂ ਟੁੱਟ ਗਿਆ। ਇਹ ਠੀਕ ਹੈ ਕਿ ਉਹਨਾਂ ਨੂੰ ਪ੍ਰਿੰਸੀਪਲ ਸੈਕਟਰੀ ਦੇ ਤੌਰ ਦੇ ਉੱਤੇ ਰੱਖਿਆ ਹੋਇਆ, ਪਰ ਜਿਹੜਾ ਕਾਂਗਰਸ ਦਾ ਪ੍ਰਧਾਨ ਆ ਉਹ ਤਾਂ ਮੁੱਖ ਮੰਤਰੀ ਤੋਂ ਵੀ ਉੱਪਰ ਹੈ ਜੀ। ਉਹ ਮੁੱਖ ਮੰਤਰੀ ਨੂੰ ਸੱਦ ਸਕਦਾ ਜੀ, ਉਹਨੂੰ ਪੁੱਛਣ ਦੇ ਵਾਸਤੇ ਕਿ ਕੀ ਕਾਰਗੁਜ਼ਾਰੀ ਹੈ। ਮੁੱਖ ਮੰਤਰੀ ਉਰੀ ਉਹਨੂੰ ਨਹੀਂ ਸੱਦ ਸਕਦੇ। ਪ੍ਰੋਟੋਕੋਲ ਇਹ ਕਹਿੰਦਾ, ਇਹ ਪ੍ਰੋਟੋਕੋਲ ਇੱਥੇ ਜਿਹੜਾ ਉਹ ਟੁੱਟਿਆ। ਔਰ ਇਹ ਵੀ ਪਤਾ ਲੱਗਿਆ ਕਿ ਚੀਫ ਸਕੱਤਰ ਅਤੇ DGP ਸਾਹਿਬ ਨੂੰ ਵੀ ਜਿਹੜਾ ਉਹ ਸੱਦਿਆ ਗਿਆ ਜੀ। ਜੇ ਸੱਦਿਆ, ਕਿਉਂਕਿ ਜਿਹੜੇ 33 MLA ਜਿਹੜੇ ਪਹਿਲੀ ਵਾਰੀ ਜਿੱਤੇ ਆ, ਮੇਰੀ ਇੱਕ ਨਾਲ ਗੱਲ ਹੋ ਰਹੀ ਸੀ, ਉਹ ਕਹਿੰਦੇ ਅਸੀਂ ਤਾਂ ਇਹ ਗੱਲ ਅੰਦਰ ਕਹੀ ਹੈ ਵੀ ਅਸੀਂ ਤਾਂ ਲੋਕ ਨੁਮਾਇੰਦੇ ਆ। ਸਾਨੂੰ ਉਹਨਾਂ ਨੇ ਅੰਦਰ ਜਾ ਕੇ ਇਹ ਗੱਲਾਂ ਕਹੀਆਂ ਵੀ ਉਹਨਾਂ ਨੂੰ ਇਹ ਪੁੱਛਿਆ ਗਿਆ ਵੀ ਮੰਤਰੀ ਤੁਹਾਡਾ ਕੰਮ ਕਰਦੇ ਆ? ਉਹ ਕਹਿੰਦੇ ਮੰਤਰੀਆਂ ਨੇ ਤਾਂ ਸਾਡੇ ਫੋਨ ਬਲੌਕ ਕੀਤੇ, ਅਫਸਰਾਂ ਨੇ ਸਾਡਾ ਚੁੱਕਦਾ ਨਹੀਂ ਕੋਈ ਵੀ। ਤਾਨਾਸ਼ਾਹੀ ਚੱਲ ਰਹੀ ਹੈ ਜੀ, ਪੰਜਾਬ ਦੇ ਵਿੱਚ ਵੀ ਚੱਲ ਰਹੀ, ਕੋਈ ਸ਼ੱਕ ਨਹੀਂ ਜੀ। ਮੈਨੂੰ ਤਾਂ ਹੈਰਾਨਗੀ ਇਸ ਗੱਲ ਦੀ ਹੈ ਕੁਲਵੰਤ ਸਿੰਘ ਜੀ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੁਰੀ ਨੇ ਜਾਂ ਕਾਂਗਰਸ ਜਿਹੜੀ ਹੈ, ਉਹ ਇਹ ਸਮਝਦੀ ਹੈ ਕਿ ਲੋਕਾਂ ਨੂੰ ਪ੍ਰਸ਼ਾਂਤ ਕਿਸ਼ੋਰ ਹੋਰਾਂ ਦੇ ਪਿਛਲੇ ਵਾਅਦੇ ਸਾਰੇ ਭੁੱਲ ਗਏ, ਜਾਂ ਇਹ ਰਿਐਲਿਟੀ ਹੈ ਕਿ ਇਹਨਾਂ ਨੇ 85.7% ਵਾਅਦੇ ਜਿਹੜੇ ਪੂਰੇ ਕਰਤੇ ਕਿ ਪ੍ਰਸ਼ਾਂਤ ਕਿਸ਼ੋਰ ਹੋਰੀ ਦੁਬਾਰਾ ਆ ਕੇ, ਕਿਉਂਕਿ ਉਹਨਾਂ ਦਾ ਨਾਂ ਤਾਂ ਇੱਕ ਦਿਨ ਵੀ ਗਾਇਬ ਨਹੀਂ ਹੋਇਆ। ਜਦੋਂ ਵਾਅਦਿਆਂ ਦੀ ਗੱਲ ਆਉਂਦੀ ਸੀ ਉਹਨਾਂ ਦਾ ਨਾਮ ਜਿਹੜਾ ਆਉਂਦਾ ਸੀਗਾ। ਉਹ ਹੁਣ ਕਿਹੋ ਜਿਹੇ ਵਾਅਦੇ ਕਰਨਗੇ, ਇਹ ਮੇਰੇ ਵਾਸਤੇ ਜਿਹੜਾ ਜੀ ਉਹ ਇੱਕ ਵੱਡਾ ਸਵਾਲ ਹੈ। ਇੱਕ ਮੈਂ ਤੁਹਾਨੂੰ ਬੜੀ ਇੰਟਰਸਟਿੰਗ ਗੱਲ ਜਿਹੜੀ ਸੁਣਾਉਣਾ। ਤਾਮਿਲਨਾਡੂ ਦੇ ਵਿੱਚ ਇੱਕ ਆਜ਼ਾਦ ਉਮੀਦਵਾਰ ਚੋਣ ਲੜ ਰਹੇ ਆ, ਮੈਂ ਫੇਸਬੁੱਕ 'ਤੇ ਪਾਇਆ ਸੀ ਉਹਨਾਂ ਦਾ, ਤਰਨਨ ਉਹਦਾ ਲਾਸਟ ਨੇਮ ਹੈ। ਉਹ ਪੱਤਰਕਾਰ ਆ ਮੂਲ ਰੂਪ ਦੇ ਵਿੱਚ। 20,000 ਰੁਪਈਆ ਵਿਆਜ 'ਤੇ ਲੈ ਕੇ ਉਹਨੇ ਕਾਗਜ਼ ਭਰੇ ਆ। ਉਹਨੇ ਵਾਅਦਾ ਕੀਤਾ ਉੱਥੇ, ਉਹ ਕਹਿੰਦਾ ਵੀ ਮੈਂ ਜਿੱਤ ਗਿਆ ਅਤੇ ਮੈਂ ਆਪਣੇ ਹਰ ਜਿਹੜੇ ਵੋਟਰ ਨੇ ਉਹਨਾਂ ਦੇ ਇੱਕ ਘਰ ਨੂੰ ਹੈਲੀਕਾਪਟਰ ਲੈ ਕੇ ਦਊਂਗਾ। ਔਰ ਫਿਰ ਉਹ ਕਹਿੰਦਾ ਕਿ ਮੈਂ ਤੁਹਾਨੂੰ ਜਿਹੜੀਆਂ ਵਾਸ਼ਿੰਗ ਮਸ਼ੀਨਾਂ ਲੈ ਕੇ ਦਊਂਗਾ, ਹਰੇਕ ਨੂੰ ਇੱਕ ਰੋਬੋਟ ਲੈ ਕੇ ਦਊਂਗਾ ਤਾਂ ਕਿ ਔਰਤਾਂ ਨੂੰ ਘਰ ਦਾ ਕੰਮ ਨਾ ਕਰਨਾ ਪਏ। ਫਿਰ ਉਹ ਕਹਿੰਦਾ ਕਿ ਮੈਂ ਇੱਕ ਬਰਫ਼ ਦਾ ਪਹਾੜ ਉੱਥੇ ਆਪਣੇ ਵਿਧਾਨ ਸਭਾ ਦੇ ਹਲਕੇ ਦੇ ਵਿੱਚ ਖੜਾ ਕਰੂੰਗਾ ਤਾਂ ਕਿ ਠੰਡਕ ਜਿਹੜੀ ਆ ਉੱਥੋਂ ਆਉਂਦੀ ਰਹੇ, ਗਰਮੀ ਜਿਹੜੀ ਉਹ ਘਟੇ। ਉਹ ਤਾਂ ਕਹਿ ਰਿਹਾ, ਉਹ ਦੂਜੀਆਂ ਪਾਰਟੀਆਂ 'ਤੇ ਸਟਾਇਰ ਕਰ ਰਿਹਾ ਵੀ ਇਹੋ ਜਿਹੇ ਵਾਅਦਿਆਂ ਦੇ ਉੱਤੇ ਤੁਸੀਂ ਵੋਟਾਂ ਪਾਓਗੇ। ਕਿਉਂ ਕਰ ਰਿਹਾ? ਕਿਉਂਕਿ ਉੱਥੇ ਜਿਹੜੀਆਂ ਪਾਰਟੀਆਂ ਚੋਣ ਲੜ ਰਹੀਆਂ ਨੇ, ਜਿਹੜੀ DMK ਅਤੇ AIADMK ਵਾਲੀ, ਉਹ ਕੀ ਕਰ ਰਹੀਆਂ ਹੈ ਕਿ ਜਿਹੜੀਆਂ ਸੁਆਣੀਆਂ ਨੇ
ਘਰਾਂ ਦੀਆਂ, ਅਸੀਂ 1500 ਰੁਪਏ ਉਹਨਾਂ ਨੂੰ ਭੱਤਾ ਦੇਵਾਂਗੇ। ਕਾਹਦਾ ਭੱਤਾ? ਜਿਹੜੀ ਹਾਊਸ ਵਾਈਫ ਹੈ ਉਹਨੂੰ ਤੁਸੀਂ ਭੱਤਾ ਕਾਹਦਾ ਦਿਓਗੇ? ਉਹ ਫਿਰ ਅੱਛਾ ਉਹ ਵਾਅਦਾ ਇਹ ਵੀ ਕਰਦਾ ਕਿ ਮੈਂ ਇੱਕ ਜਿਹੜਾ ਰਾਣੀ ਹਾਰ ਹੁੰਦਾ ਵੱਡਾ ਉਹ ਵਿਆਹ ਦੇ ਉੱਤੇ ਦਊਂਗਾ, ਕਰੋੜ ਰੁਪਈਆ ਸਾਲਾਨਾ ਦਊਂਗਾ ਘਰੇ। ਮੇਰੀ ਚਾਚੇ ਉਹ ਬੰਦੇ ਨੇ ਕਿਆ ਕਮਾਲ ਦਾ ਕੰਮ ਕੀਤਾ। ਸਾਨੂੰ ਪੰਜਾਬ ਦੇ ਵਿੱਚ 2-4 ਇਹੋ ਜਿਹੇ ਉਮੀਦਵਾਰ ਖੜੇ ਕਰ ਦੇਣੇ ਚਾਹੀਦੇ ਆ ਜਿਹੜੇ ਇਹੋ ਜਿਹੇ ਮਤਲਬ ਐਡੇ ਵੱਡੇ ਵਾਅਦੇ ਕਰਨ ਵੀ ਮੈਨੂੰ ਵੋਟਾਂ ਪਾਓ। ਵੀ ਮੈਂ ਤਾਂ ਸੋਚ ਰਿਹਾ ਸੀਗਾ ਕਿ ਜੇ ਉਹਦੇ ਕਿਤੇ ਵਾਅਦੇ ਨੂੰ ਇੱਥੇ ਪੰਜਾਬ 'ਚ ਸਹੀ ਮੰਨ ਲਿਆ ਗਿਆ ਤੇ ਇਹ ਤਾਂ ਇਹ ਵੀ ਕਹਿ ਸਕਦੇ ਆ ਵੀ ਉਹਨੇ ਹੈਲੀਕਾਪਟਰ ਦਾ ਕਿਹਾ, ਅਸੀਂ ਹੈਲੀਕਾਪਟਰ ਦੇ ਨਾਲ ਤੁਹਾਡੀ ਛੱਤ ਦੇ ਉੱਤੇ ਹੈਲੀਪੈਡ ਵੀ ਬਣਾਵਾਂਗੇ। ਇਹ ਹੋ ਸਕਦੇ ਆ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਵਾਅਦੇ, ਕਿਉਂਕਿ ਜਿਹੜੇ ਪਿਛਲੇ ਵਾਅਦੇ ਸੀ ਜਿਹੜੇ ਵੱਡੇ ਉਹ ਸੀਗੇ, ਇਹ ਉਦੋਂ ਤਾਂ ਵੱਡੇ ਕਰਨੇ ਪੈਣਗੇ ਨਾ ਕੁਲਵੰਤ ਸਿੰਘ ਜੀ। ਉਹ ਤੋਂ ਥੱਲੇ ਤਾਂ ਜਾਇਆ ਨਹੀਂ ਜਾ ਸਕਣਾ। ਜੇ ਉਹ ਤੋਂ ਉੱਪਰ ਤੁਸੀਂ ਜਾਓਗੇ ਤੇ ਫਿਰ ਇੱਥੇ ਪੰਜਾਬ ਦੇ ਵਿੱਚ ਤਾਂ ਵਾਅਦੇ ਜਿਹੜੇ ਆ ਜੀ ਉਹ ਇਹੀ ਹੋਣਗੇ। ਜਾਂ ਤਾਂ ਜਿਹੜੀਆਂ ਬਹੁਤ ਵੱਡੀਆਂ ਗੱਡੀਆਂ ਲੈ ਕੇ ਤੁਹਾਨੂੰ ਦਿੱਤੀਆਂ ਜਾਣਗੀਆਂ, 3-3 ਮੰਜ਼ਲਾ ਤੁਹਾਡੇ ਘਰ ਛੱਤ ਕੇ ਦਿੱਤੇ ਜਾਣਗੇ, ਘਰ ਦੀ ਛੱਤ ਦੇ ਉੱਤੇ ਹੈਲੀਪੈਡ ਬਣੂਗਾ, ਤੁਹਾਡੇ ਘਰ ਦੇ ਪਿੱਛੇ ਸਵੀਮਿੰਗ ਪੂਲ ਬਣਾ ਕੇ ਦਿੱਤੇ ਜਾਣਗੇ। ਔਰ ਉਹ ਜਿਹੜੀਆਂ ਇੱਦਾਂ ਦੇ ਵੱਡੀਆਂ ਤੋਂ ਵੱਡੀਆਂ ਜਿਹੜੀਆਂ ਚੀਜ਼ਾਂ ਨੇ ਉਹ ਦਿੱਤੀਆਂ ਜਾਣਗੀਆਂ। ਔਰ ਉਹਨੇ ਤਾਂ ਇਹ ਵੀ ਵਾਅਦਾ ਕੀਤਾ ਵੀ ਮੈਂ ਰਾਕਟ ਲਾਊਂਗਾ ਤੇ ਤੁਹਾਨੂੰ ਚੰਨ ਦੇ ਉੱਤੇ ਸੈਰ ਕਰਾ ਕੇ ਲਿਆਇਆ ਕਰੂੰਗਾ। ਇਹ ਇੱਥੇ ਵੀ ਹੋ ਸਕਦਾ ਜੀ। ਉਹ ਤਾਂ ਸਟਾਇਰ ਕਰ ਰਿਹਾ ਨਾ। ਮੈਨੂੰ ਲੱਗਦਾ ਕਿ ਇਹ ਸਟਾਇਰ ਜਿਹੜੇ ਨੇ ਪੰਜਾਬ ਦੇ ਵਿੱਚ ਤੁਸੀਂ ਅਗਲੇ ਚੋਣ ਮੈਨੀਫੈਸਟੋ 'ਚ ਦੇਖੋਗੇ। ਪੰਨੂ ਸਾਹਿਬ, ਆਪਾਂ ਝੂਠੇ ਵਾਅਦਿਆਂ ਦੀ ਗੱਲ ਕਰ ਰਹੇ ਹਾਂ ਤੇ ਪ੍ਰਸ਼ਾਂਤ ਕਿਸ਼ੋਰ ਜਿਹੜਾ ਨਾਲ ਦੀ ਨਾਲ ਯਾਦ ਆ ਜਾਂਦਾ। ਹੁਣ ਗੱਲ ਇਹ ਹੈ ਕਿ ਪ੍ਰਸ਼ਾਂਤ ਕਿਸ਼ੋਰ ਜੀ ਦੁਬਾਰਾ ਆਏ ਨੇ ਅਤੇ ਪ੍ਰਸ਼ਾਂਤ ਕਿਸ਼ੋਰ ਜੀ ਨੇ ਆਉਂਦੇ ਸਾਰ ਜਿਹੜਾ ਉਹ MLA ਦੀ ਕਲਾਸ ਲਾਣੀ ਸ਼ੁਰੂ ਕਰਤੀ ਹੈ, ਉਹਨਾਂ ਨੂੰ ਪੁੱਛਣਾ ਸ਼ੁਰੂ ਕਰਤਾ ਹੈ। ਸਭ ਤੋਂ ਪਹਿਲਾਂ ਮੈਨੂੰ ਲੱਗਦਾ ਇਹੀ ਪੁੱਛਿਆ ਗਿਆ ਹੋਣਾ ਵੀ ਤੁਸੀਂ ਦੱਸੋ ਵੀ ਕਿਹੜੇ ਵਾਅਦੇ ਪੂਰੇ ਹੋਏ ਨੇ ਅਤੇ ਕਿਹੜੇ ਨਹੀਂ ਹੋਏ। ਅਤੇ ਪਹਿਲਾ ਜਵਾਬ ਜਿਹੜਾ ਉਹਨਾਂ ਦੇ ਆਇਆ ਹੋਣਾ ਵੀ ਜਿਹੜਾ ਹਾਲੇ ਤੱਕ ਨਾ ਤਾਂ ਬਰਗਾੜੀ ਕਾਂਡ ਦਾ ਮਸਲਾ ਹੱਲ ਹੋਇਆ ਅਤੇ ਨਾ ਹੀ ਜਿਹੜਾ ਉਹ ਨਸ਼ਿਆਂ ਦਾ ਮਸਲਾ ਕੋਈ ਹੱਲ ਹੋਇਆ। ਅਤੇ ਸ਼ਾਇਦ ਇਸੇ ਕਰਕੇ ਜਿਹੜੇ 5 ਅਫਸਰ ਜਿਹੜੇ ਨੇ ਉਹ ਮੁਅੱਤਲ ਕੀਤੇ ਗਏ ਨੇ। ਕੁਲਵੰਤ ਸਿੰਘ ਜੀ, ਕੀ MLAs ਨੂੰ ਪੁੱਛਣ ਦੀ ਲੋੜ ਹੈ ਕੀ ਹੋਇਆ? ਪ੍ਰਸ਼ਾਂਤ ਕਿਸ਼ੋਰ ਹੋਰਾਂ ਕੋਲ ਤਾਂ ਆਪਣੀ ਟੀਮ ਬਹੁਤ ਵੱਡੀ ਹੈ ਇੱਕ, ਔਰ ਉਹਨਾਂ ਦੀ ਟੀਮ ਜਿਹੜੀ ਆ ਉਹ ਸੋਸ਼ਲ ਮੀਡੀਆ ਦੀ ਟੀਮ ਤਾਂ ਹੈਗੀ ਆ। ਪਰ ਇਹਨਾਂ ਨੂੰ ਸੈਟੀਸਫਾਈਡ ਵੀ ਤਾਂ ਕਰਨਾ ਹੈ। ਹਾਂ, ਇਹ ਤੁਹਾਡੀ ਗੱਲ ਠੀਕ ਹੈ। ਚਲੋ ਪੁੱਛ ਲਓ, ਅਗਲੇ ਕਹਿਣ ਚਲੋ 4 ਸਾਲਾਂ ਬਾਅਦ ਸਾਨੂੰ ਕਿਸੇ ਨੇ ਸੱਦਿਆ ਤਾਂ ਹੈ ਹਾਂਜੀ ਵੀ ਚਲੋ ਰੋਟੀ ਪਾਣੀ ਤੇ ਤਾਂ ਸੱਦਿਆ, ਸਾਨੂੰ ਤਾਂ ਮਿਲਦਾ ਹੀ ਕੋਈ ਨਹੀਂ, ਪੁੱਛਦਾ ਹੀ ਕੋਈ ਨਹੀਂ। ਨਿਰਮਲ ਸਿੰਘ ਹੋਣੀ ਵਿਚਾਰੇ ਸਤਰਾਣਾ ਹੋਣੀ ਤੇ ਰੌਲਾ ਹੀ ਪਾਉਂਦੇ ਰਹੇ। ਕਈ MLAs ਦੇ ਨਾਮ ਵੀ ਪਹਿਲੀ ਵਾਰੀ ਸੁਣੇ ਉਹਨਾਂ ਦੇ ਵਿੱਚ ਵੀ, ਅੱਛਾ ਇਹ ਵੀ MLA ਆ ਹਾਂਜੀ। ਉਹ ਭੋਆ ਤੋਂ ਨੇ ਇੱਕ ਜਿਹੜੇ ਉਹ ਪਹਿਲੀ ਵਾਰੀ ਲੋਕਾਂ ਨੇ ਸੁਣਿਆ, ਜਿਹੜੇ ਉਹ ਗੁਰੂ ਨਾਨਕ ਸਾਹਿਬ ਨਾਲ ਤਸ਼ਬੀਹ ਦੇ ਗਏ ਕੈਪਟਨ ਸਾਹਿਬ ਨੂੰ। ਤਾਂ ਇਸ ਕਰਕੇ ਉਹਨਾਂ ਨੂੰ ਲੱਗਿਆ ਵੀ ਚਲੋ ਚੰਡੀਗੜ੍ਹ ਤਾਂ ਬਹਾਨੇ ਨਾਲ ਗੇੜਾ ਜਿਹੜਾ ਉਹ ਕੱਢਿਆ, ਅਦਰਵਾਈਜ਼ ਕਿਤੇ ਇਹਨਾਂ ਨੂੰ ਪਤਾ ਨਹੀਂਗਾ ਕਿ ਰਿਐਲਿਟੀ ਜਿਹੜੀ ਉਹ ਕੀ ਹੈ। ਤੁਹਾਡੀ ਗੱਲ ਠੀਕ ਹੈ, ਬਰਗਾੜੀ ਵਾਲਾ ਮਾਮਲਾ ਉੱਥੇ ਹੀ ਗੇੜੇ ਕੱਢੀ ਜਾਂਦਾ। ਆ ਚਿੱਟੇ ਵਾਲਾ ਮਾਮਲਾ ਜੇ ਕਿਤੇ STF ਦੀ ਉਹ ਰਿਪੋਰਟ ਦੇ ਕੁਝ ਸਫੇ ਲੀਕ ਨਾ ਹੁੰਦੇ, ਉਹ ਪੱਤਰਕਾਰਾਂ ਦੇ ਕੋਲੇ ਨਾ ਆ ਜਾਂਦੇ, ਦਬਾਅ ਨਾ ਪੈ ਜਾਂਦਾ ਕਿ ਰਾਣੋ ਵਾਲਾ ਸਾਬਕਾ ਅਕਾਲੀ ਸਰਪੰਚ ਜਿਹੜਾ ਸੀਗਾ ਉਹਨੇ ਕਿਵੇਂ ਇਹ ਇੱਕ IG ਤੇ ਬਾਕੀਆਂ ਦੇ ਨਾਮ ਲਏ, ਇਹ ਕਿਸੇ ਨੇ ਮੁਅੱਤਲ ਕਰਨਾ ਸੀਗਾ ਜੀ? ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਗੁਰਨਾਮ ਸਿੰਘ ਬੰਡਾਲੇ ਨੂੰ ਮਾਰੇ ਨੂੰ ਕਿੰਨੀ ਦੇਰ ਹੋ ਗਈ? ਉਹ ਤਾਂ ਜਿਉਂਦਾ, ਉਹਦੀ ਜਗ੍ਹਾ ਦੇ ਉੱਤੇ ਮਾਰੇ ਹੋਏ ਬੰਦੇ ਨੂੰ ਉਹ ਕਿੱਥੇ ਆ ਜੀ ਜਾਂਚ? ਹਾਂ, ਅੱਜ ਤੱਕ ਉਹ ਜਾਂਚ ਕਿੱਥੇ ਹੈ? ਜਿਹੜਾ JE ਉੱਥੋਂ ਚੁੱਕ ਕੇ ਚੰਡੀਗੜ੍ਹ ਤੋਂ ਜਿਹੜਾ ਮਾਰਿਆ, ਉਹਦੇ ਤੁਸੀਂ ਦੇਖੋ ਚਸ਼ਮਦੀਦ ਗਵਾਹ ਤੱਕ ਜਿਹੜੇ ਉਹ ਮੌਜੂਦ ਨੇ। ਫਿਰ ਉਹਦਾ ਤੁਸੀਂ ਕੀ ਕਰ ਲਿਆ ਜੀ? ਕੁਝ ਕਰ ਲਿਆ? ਨਹੀਂ ਕੀਤਾ। 4 ਸਾਲਾਂ 'ਚ ਨਹੀਂ ਹੋਇਆ, ਹੁਣ ਤੁਸੀਂ ਕੀ ਕਰ ਲਓਗੇ ਜੀ? ਅਗਲੇ ਲਾਸਟ ਸਾਲ ਦੇ ਵਿੱਚ ਅਗਲੇ 4 ਮਹੀਨਿਆਂ ਤੋਂ ਬਾਅਦ ਅਫਸਰਾਂ ਨੇ ਫੋਨ ਚੁੱਕਣੋਂ ਹਟ ਜਾਣਾ ਜੀ। ਪਰ ਇੱਕ ਗੱਲ ਹੈ ਵੀ ਜਿਹੜਾ ਮਸਲਾ ਜਿਹੜਾ ਚੱਕਿਆ ਗਿਆ, ਇੱਥੇ ਧਿਆਨ ਸਾਰਿਆਂ ਦਾ ਖਿੱਚਿਆ ਗਿਆ ਹੋਣਾ ਕਿ ਨਵੰਬਰ 2011 ਦਾ ਮਸਲਾ ਮੈਨੂੰ ਲੱਗਦਾ ਇਹ ਜਿਹੜਾ ਰਾਣੋ ਵਾਲੇ ਸਰਪੰਚ ਵਾਲਾ, ਉਦੋਂ ਦੀ FIR ਦਰਜ ਕੀਤੀ ਵੀ ਹੈ ਅਤੇ ਹੁਣ ਜਾ ਕੇ ਜਿਹੜੇ ਨੇ ਇਹ ਅਧਿਕਾਰੀ ਜਿਹੜੇ ਨੇ ਉਹ ਸਸਪੈਂਡ ਕੀਤੇ ਜਾ ਰਹੇ ਨੇ। ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਕੀ ਇਹ ਪ੍ਰਸ਼ਾਂਤ ਕਿਸ਼ੋਰ ਹੋਣਾ ਵਾਲੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਨੇ ਆਪਣੀ ਸਕਿਨ ਬਚਾਉਣ ਲਈ ਜਾਂ ਸਰਕਾਰ ਦੀ ਸਕਿਨ ਬਚਾਉਣ ਲਈ ਇਹ ਕਾਰਵਾਈਆਂ ਸਟਾਰਟ ਕੀਤੀਆਂ ਨੇ, ਕਿ ਜਾਂ ਫਿਰ ਹੁਣ ਕੋਈ ਇਹੋ ਜਿਹਾ ਜਿੰਨ ਭੂਤ ਨਿਕਲਿਆ ਵਿੱਚੋਂ ਦੀ ਕਿ ਜਿਹੜਾ ਕਹਿੰਦਾ ਵੀ ਭਾਈ ਇਹਨਾਂ ਨੂੰ ਸਸਪੈਂਡ ਕਰ ਦਿਓ? ਨਹੀਂ, ਇਹ 11 ਦਾ ਮਸਲਾ ਨਹੀਂ ਹੈ ਜੀ। ਇਹ 1 ਸਾਲ ਪੁਰਾਣਾ ਮਸਲਾ। ਇਹ ਲੇਟੈਸਟ ਫੜਿਆ ਗਿਆ ਜਿਹਦੇ ਕੋਲ ਗੱਡੀਆਂ, ਲਗਜ਼ਰੀ ਗੱਡੀਆਂ ਫੜੀਆਂ ਗਈਆਂ ਸੀਗੀਆਂ, ਕਰੋੜਾਂ ਰੁਪਏ ਦੀ ਡਰੱਗ ਉਹਦੇ ਤੋਂ। ਪਰ ਮੈਨੂੰ ਲੱਗਦਾ ਪੰਜਾਬੀ ਟ੍ਰਿਬਿਊਨ ਨੇ ਇਸ ਨੂੰ ਰਿਪੋਰਟ ਕੀਤਾ ਸੀਗਾ ਕਿ 2011 ਦੇ ਵਿੱਚ ਜਿਹੜਾ ਇਹ ਫੜਿਆ ਗਿਆ ਸੀਗਾ। ਨਹੀਂ, ਉਦੋਂ ਇੱਕ ਛੋਟੇ ਮਸਲੇ 'ਚ ਫੜਿਆ ਗਿਆ ਸੀਗਾ ਇਹ। ਉਦੋਂ ਛੋਟੀ ਮੱਛੀ ਸੀ, ਉਦੋਂ ਬਾਅਦ ਫਿਰ ਇਹ ਵੱਡੀ ਮੱਛੀ ਬਣਨਾ ਸ਼ੁਰੂ ਹੋਇਆ ਨਾ। ਇੱਕ ਫਿਲਮੀ ਕਲਾਕਾਰ ਆ ਜਿਹੜਾ ਕਿ ਇੱਕ IG ਨੂੰ ਮਿਲਾਉਂਦਾ ਜਾ ਕੇ, ਉਹ ਜਿਹੜੀ STF ਦੀ ਰਿਪੋਰਟ ਦੀ ਕਾਪੀ ਮੇਰੇ ਕੋਲੇ ਵੀ ਹੈਗੀ ਆ, ਉਹਦੇ ਵਿੱਚ ਸ਼ਰੇਆਮ ਨਾਂ ਲਿਖੇ ਹੋਏ ਆ ਸਾਰੇ ਜੋ ਕੁਝ ਇਹਨੇ ਜਿਹੜਾ ਉਹ ਕਿਹਾ। ਇਹ ਉਦੋਂ ਬਾਅਦ ਫਿਰ ਵੱਡਾ ਹੁੰਦਾ। ਉਹ ਪੰਜਾਬੀ ਟ੍ਰਿਬਿਊਨ ਨੇ ਇਹ ਰਿਪੋਰਟ ਜਿਹੜੀ ਉਹ ਕੀਤੀ ਸੀਗੀ ਕਿ ਜੇ ਉਦੋਂ ਕਿਤੇ ਇਹਨੂੰ ਕਾਬੂ ਕਰ ਲਿਆ ਜਾਂਦਾ
ਤੇ ਪਤਾ ਨਹੀਂ ਕਿੰਨੇ ਆ ਮਾਵਾਂ ਦੇ ਪੁੱਤ ਬਚ ਜਾਂਦੇ, ਕਿਉਂਕਿ ਉਸ ਤੋਂ ਬਾਅਦ ਤਾਂ ਫਿਰ ਇਹ ਕਿਲੋਆਂ ਦੇ ਹਿਸਾਬ ਦੇ ਨਾਲ ਢੋਣੀ ਸ਼ੁਰੂ ਕਰਤੀ ਨਾ। ਜਿਪਸੀ ਇਹਨੂੰ ਮਿਲ ਗਈ। ਹੁਣ ਤੁਸੀਂ ਦੱਸੋ, ਜਿਹਦੇ ਮੂਹਰੇ ਜਿਪਸੀ ਲੱਗੀ ਆ, ਹੂਟਰ ਮਾਰਦੀ ਜਾਂਦੀ ਆ, ਉਹਦੀ ਗੱਡੀ ਨੂੰ ਕੌਣ ਰੋਕ ਲੂਗਾ? ਔਰ ਗੱਡੀਆਂ ਵੀ ਜਿਹੜੀਆਂ 40-40 ਲੱਖ ਤੋਂ ਸਟਾਰਟ ਹੁੰਦੀਆਂ ਸੀ, ਜਿਹੜੀਆਂ ਉਹ ਗੱਡੀਆਂ ਸੀਗੀਆਂ ਇਹਦੇ ਕੋਲੇ ਜਿਹੜੀਆਂ, ਉਹਦੇ ਵਿੱਚ ਇੱਕ ਗੱਲ ਤੁਸੀਂ ਹੋਰ ਨੋਟ ਕੀਤੀ ਹੋਣੀ ਆ, ਉਹਦੀਆਂ ਜਿਹੜੀਆਂ ਫੋਟੋਆਂ ਸੀਗੀਆਂ, ਮੁੱਖ ਮੰਤਰੀ ਸਾਹਿਬ ਦੇ ਜਿਹੜਾ ਐਡਵਾਈਜ਼ਰ ਆ ਉਹਦੀਆਂ ਵੀ ਨਾਲ ਫੋਟੋਆਂ ਸੀਗੀਆਂ। ਉਹ ਅੱਜ ਤੱਕ ਜਿਹੜਾ ਉਹਦਾ ਨਹੀਂ ਕੁਝ ਪਤਾ ਲੱਗਾ। ਪੋਲੀਟੀਸ਼ੀਅਨਾਂ ਦੇ ਨਾਮ ਸੀਗੇ ਜਿਹੜੇ ਕੁਝ ਪੋਲੀਟੀਸ਼ੀਅਨਾਂ ਦੇ, ਕਿਉਂਕਿ ਇਹ ਨੈਕਸਸ ਆ। ਇਹ ਨੈਕਸਸ ਉਨੀ ਦੇਰ ਤੱਕ ਨਹੀਂ ਖਤਮ ਹੋ ਸਕਦਾ ਜਿੰਨੀ ਦੇਰ ਤੱਕ ਸਮਗਲਰ, ਰਾਜਨੀਤਿਕ ਤੇ ਪੁਲਿਸ ਦੀਆਂ ਕਾਲੀਆਂ ਭੇਡਾਂ, ਜਦੋਂ ਇਹਨਾਂ ਨੂੰ ਜਿਹੜਾ ਜੀ ਉਹ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਆ, ਉਦੋਂ ਸਮੱਸਿਆ ਖੜੀ ਹੋ ਜਾਂਦੀ। ਚਾਹੇ ਉਹ ਇੰਸਪੈਕਟਰ ਇੰਦਰਜੀਤ ਫੜਿਆ ਗਿਆ ਸੀ, ਉਦੋਂ ਵੀ ਲੱਗਿਆ ਸੀ, ਉਦੋਂ ਵੀ ਸਾਰਾ ਠੱਪ ਹੋ ਗਿਆ। ਇਹਦੇ ਵਾਰੀ ਲੱਗਿਆ ਜੀ, ਇਹ ਠੱਪ ਹੋ ਗਿਆ, ਤਾਂ ਰਿਪੋਰਟ ਜਿਹੜੀ ਉਹ ਬਾਹਰ ਆ ਗਈ। ਪਤਾ ਸਿੰਪਲ ਜੀ ਗੱਲ, ਜਿਹੜਾ 3 ਲਿਫਾਫੇ ਜਿਹੜੇ ਹਾਈ ਕੋਰਟ 'ਚ ਪਏ ਆ ਉਹ ਖੁਲਵਾ ਲਓ। ਜੇ ਉਹ ਖੁੱਲ੍ਹ ਜਾਂਦੇ ਆ, ਘੱਟੋ ਘੱਟ ਇਹ ਤਾਂ ਪਤਾ ਲੱਗ ਜੇ ਵੀ ਕੌਣ ਨੇ। ਐਵੇਂ ਕਿਸੇ ਦੇ ਉੱਤੇ ਵੀ ਕਿੰਤੂ ਪਰੰਤੂ ਕਰੀ ਜਾਂਦੇ ਰਾਜਨੀਤਿਕ, ਉਹ 'ਚ ਸਾਰਾ ਕੁਝ ਲਿਖਿਆ। ਪਰ ਕੇਜਰੀਵਾਲ ਹੋਣੀ ਵੀ ਜਿਹੜੇ ਜੇ ਬੜੇ ਦਲੇਰ ਜਿਹੜੇ ਸਿਆਸਤਦਾਨ ਮੰਨੇ ਜਾਂਦੇ ਨੇ, ਕਿਸੇ ਟਾਈਮ ਇਹ ਕਿਹਾ ਜਾ ਰਿਹਾ ਸੀਗਾ ਕਿ ਪ੍ਰਧਾਨ ਮੰਤਰੀ ਬਣਨ ਦੇ ਜਿਹੜੇ ਹੱਕਦਾਰ ਨੇ ਇਹ, ਪਰ ਉਹ ਵੀ ਮਾਫੀ ਮੰਗਦੇ ਨੇ ਮਜੀਠੀਆ ਸਾਹਿਬ ਤੋਂ। ਦੇਖੋ, ਉਹਦੇ 'ਚ ਇਉਂ ਆ ਕਿ ਉਹ ਬਿਨਾਂ ਸਬੂਤ ਤੋਂ ਲਾਏ ਹੋਏ ਇਲਜ਼ਾਮ ਸੀਗੇ ਜੀ। ਆਪਾਂ ਕਿਸੇ ਦੇ ਉੱਤੇ ਇਸ ਤਰ੍ਹਾਂ ਤਾਂ ਨਹੀਂ ਨਾ ਕਹਿ ਸਕਦੇ, ਦੋਸ਼ੀ ਨਹੀਂ ਕਿਸੇ ਨੂੰ ਕਹਿ ਸਕਦੇ। ਜਿਹੜਾ ਜਿੰਨੀ ਦੇਰ ਤੱਕ ਪ੍ਰੂਵਨ ਗਿਲਟੀ ਨਹੀਂਗਾ ਕੋਈ ਵੀ ਜਿਹੜਾ ਉਹ ਵਿਅਕਤੀ, ਉਹ ਅਦਾਲਤ ਉਹਨੂੰ ਦੋਸ਼ੀ ਠਹਿਰਾਉਂਦੀ ਹੈ। ਉਹ ਕਾਲਪਨ ਸੀਗਾ, ਕਾਲੇਪਨ ਦੇ ਵਿੱਚ ਜਾਂ ਤਾਂ ਤੁਸੀਂ ਜਿਹੜੇ ਸਬੂਤ ਨੇ, ਹੁਣ ਆਹ ਸਬੂਤ ਸੀ ਨਾ ਜਿਹਦੇ ਕਰਕੇ IG ਸਸਪੈਂਡ ਕਰਨਾ ਪਿਆ। ਕਰਨ ਸ਼ੇਰ ਜਿਹੜੇ ਬਾਦਲ ਪਿੰਡ ਦੇ, ਹਾਂ, ਉਹ ਉਹਨਾਂ ਦੀ ਫੋਟੋ ਇੱਕ ਫੇਮਸ ਹੋਈ ਸੀ ਸੁਖਬੀਰ ਸਿੰਘ ਬਾਦਲ ਦੇ ਪੈਰੀ ਹੱਥ ਲਾਉਂਦਿਆਂ ਦੀ। ਤਾਂ ਬਿਲਕੁਲ ਪੋਲੀਟੀਸ਼ੀਅਨਾਂ ਦਾ ਤਾਂ ਜਿਹੜਾ ਉਹ ਲਿੰਕ ਹੈਗਾ ਨਾ, ਪਰ ਕਿਸੇ ਨੇ ਪੁੱਛਿਆ ਨਹੀਂ ਇਹ ਸਾਹਮਣੇ ਕਿਉਂ ਆ ਗਿਆ, ਕਿੱਥੋਂ। ਹੁਣ ਅੱਛਾ ਤੁਸੀਂ ਦੇਖੋ, ਹੋਊਗਾ ਇਹ ਹੁਣ ਲੱਭਿਆ ਇਹ ਜਾਊਗਾ ਵੀ ਰਿਪੋਰਟ ਲੀਕ ਕਿਹਨੇ ਕੀਤੀ, ਉਹਨੂੰ ਫੜੋ। ਉਹਦੇ ਉੱਤੇ ਜਿਹੜੀ ਜੀ ਉਹ ਗਾਜ ਡਿੱਗ ਸਕਦੀ, ਬਜਾਏ ਇਹਦੇ ਕਿ ਇਹ ਦੇਖਿਆ ਵੀ ਇਹ ਹੋਣੇ ਚਾਹੀਦੇ ਸੀ ਸਸਪੈਂਡ ਜਿਹੜੇ ਜੀ। ਤੁਸੀਂ ਦੱਸੋ, ਜਿਹੜੇ ਹੁਣ IG ਨੇ ਉਮਰਾ ਨੰਗਲ, ਉਹ ਅੱਜ ਦੇ ਕਿਤੇ ਕੰਟਰੋਵਰਸੀ ਦੇ ਵਿੱਚ ਨੇ। ਤੁਸੀਂ ਕਵਰ ਕਰਦੇ ਰਹੇ ਹੋ ਤੇ ਮੇਰਾ ਖਿਆਲ ਸਭ ਤੋਂ ਵੱਧ ਤੁਸੀਂ ਕਵਰ ਕੀਤਾ ਹੋਊਗਾ ਦਲੇਰ ਮਹਿੰਦੀ ਵਾਲੇ ਕੇਸ। ਉਹ ਤਾਂ ਉਦੋਂ ਦੇ ਚਰਚਿਤ ਨੇ ਕਈਆਂ ਮਾਮਲਿਆਂ ਦੇ ਵਿੱਚ, ਜਿਹੜਾ ਉਹ ਚਰਚਿਤ ਨੇ। ਰਜਿੰਦਰਪਾਲ ਸਿੰਘ ਆਨੰਦ ਹੁੰਦੇ ਸੀ। ਹਾਂ, ਕਿੰਨੀ ਦੇਰ ਤੋਂ ਉਹ ਸਾਰਾ ਕੁਝ ਕਰਦੇ ਰਹੇ, ਪਰ ਅੱਜ ਤੱਕ ਕਾਬੂ ਨਹੀਂ ਨਾ ਆਏ, ਕਿਉਂਕਿ ਚੋਰ ਮੋਰੀਆਂ ਨੇ। ਸੁਮੇਧ ਸੈਣੀ ਹੋਰੀ ਕਿਤੇ ਅੱਜ ਦੇ ਕੰਟਰੋਵਰਸੀ ਦੇ ਵਿੱਚ ਨਹੀਂ, ਬਹੁਤ ਦੇਰ ਤੋਂ ਉਹਨਾਂ ਦੇ ਦੁਆਲੇ ਕੰਟਰੋਵਰਸੀ ਚੱਲਦੀਆਂ ਨੇ। ਅੱਜ ਵੀ ਉਹ ਚੋਰ ਮੋਰੀਆਂ ਦਾ ਸਹਾਰਾ ਲੈ ਕੇ ਨਿਕਲੀ ਜਾਂਦੇ ਆ ਜੀ। ਪਰ ਇਹ ਦੱਸੋ ਕਿ ਹੁਣ ਤਾਨਾਸ਼ਾਹੀਆਂ ਜਿਹੜੀਆਂ ਨੇ ਉਹ ਕੇਂਦਰ ਦੀਆਂ ਵੀ ਨੇ, ਤਾਨਾਸ਼ਾਹੀਆਂ ਜਿਹੜੀਆਂ ਨੇ ਪੰਜਾਬ ਦੀਆਂ ਨੇ, ਤੇ ਆਪਣੇ ਕੋਲ ਜਿਹੜਾ ਹਲੇ ਇਹਦਾ ਹੱਲ ਜਿਹੜਾ ਉਹ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ। ਕੀ ਪ੍ਰਸ਼ਾਂਤ ਕਿਸ਼ੋਰ ਹੋਣੀ ਇਸ ਵਾਰ ਜੋ ਦੁਬਾਰਾ ਜਿਹੜਾ ਗੇੜ ਚੱਲਿਆ, ਉਸ ਗੇੜ ਦੇ ਵਿੱਚ ਹੁਣ ਜਨਤਾ ਦੁਬਾਰਾ ਆਉਣ ਵਾਲੀ ਹੈ? ਦੇਖੋ, ਹੱਲ ਤਾਂ ਤੁਹਾਡੀ ਗੱਲ ਠੀਕ ਆ, ਹੱਲ ਤਾਂ ਲੋਕਾਂ ਕੋਲੇ ਆ। ਹੱਲ ਤਾਂ ਲੋਕਾਂ ਨੂੰ ਜਾਗਰੂਕ ਹੋਣਾ ਪਊਗਾ, ਠੀਕ ਆ। ਬਦਲ ਲੱਭਣੇ ਪੈਣਗੇ ਲੋਕਾਂ ਨੂੰ ਕਿਸੇ ਨਾ ਕਿਸੇ। ਇਹਨਾਂ ਹਾਲਾਤਾਂ 'ਚ ਬਦਲ ਨਜ਼ਰ ਆ ਰਿਹਾ ਤੁਹਾਨੂੰ? ਬਦਲ ਆਊਗਾ ਜੀ। ਇਹ ਮੇਰਾ ਖਿਆਲ ਬਦਲ ਇਹੋ ਜਿਹੇ ਹਾਲਾਤਾਂ ਦੇ ਵਿੱਚੋਂ ਹੀ ਨਿਕਲਦਾ ਹੁੰਦਾ। ਲੋੜ ਕਾਢ ਦੀ ਮਾਂ ਇੱਕ ਪੁਰਾਣਾ ਜਿਹੜਾ ਕਹਾਵਤ ਹੈ। ਪਰ ਕਿਹਾ ਤਾਂ ਇਹ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੰਗੜੀ ਜਿਹੜੀ ਵਿਧਾਨ ਸਭਾ ਪੈਦਾ ਹੋਣੀ ਹੈ। ਨਹੀਂ, ਮੈਨੂੰ ਨਹੀਂ ਲੱਗਦਾ ਲੰਗੜੀ ਵਿਧਾਨ ਸਭਾ ਜਿਹੜੀ ਉਹ ਆਊਗੀ। ਲੋਕ ਬਦਲ ਲੱਭਣਗੇ। ਦੇਖੋ, ਅੱਜ ਤੋਂ 7-8 ਮਹੀਨੇ ਪਹਿਲਾਂ ਕਦੀ ਕਿਸੇ ਨੇ ਸੋਚਿਆ ਸੀ ਕਿ ਇੱਕ ਕਿਸਾਨ ਅੰਦੋਲਨ ਖੜਾ ਹੋਊਗਾ, ਔਰ ਉਹ ਇੰਨਾ ਖੜਾ ਹੋਊਗਾ ਕਿ ਉਹਦਾ ਚਰਚਾ ਵਿਸ਼ਵ ਦੇ ਵਿੱਚ ਹੋਊਗਾ, ਔਰ ਉਹਨੂੰ 4 ਮਹੀਨੇ ਚੱਲਦਿਆਂ ਹੋ ਜਾਣਗੇ, ਉਸੇ ਰਫ਼ਤਾਰ ਦੇ ਨਾਲ ਚੱਲਦਾ ਹੋਊਗਾ। ਆਪਾਂ ਤਾਂ ਇਹ ਵੀ ਨਹੀਂ ਸੀ ਸੋਚਿਆ। ਆਉਣ ਵਾਲੇ ਟਾਈਮ 'ਚ ਕਿਸਾਨ ਕਿੰਗ ਮੇਕਰ ਹੋ ਸਕਦੇ ਨੇ। ਬਿਲਕੁਲ ਹੋਣਗੇ ਉਹ। ਟਰਾਲੀ ਜਿਹੜੀ ਆ ਉਹ ਸਭ ਤੋਂ ਵੱਡਾ ਹਥਿਆਰ ਹੋਊਗੀ ਲੜਾਈ ਦਾ ਜੀ। ਟੈਂਕਾਂ ਦੀ ਜਗ੍ਹਾ ਦੇ ਉੱਤੇ ਟਰਾਲੀ ਵਰਤੀ ਜਾਊਗੀ ਸ਼ਾਂਤਮਈ ਜਿਹੜੇ ਅੰਦੋਲਨ ਦਾ। ਵੀ ਟਰਾਲੀ ਲਾਈ, ਕਿਸਾਨਾਂ ਨੂੰ ਤਾਂ ਸਮਝ ਹੀ ਹੋਣ ਲੱਗੀ ਹੈ, ਉੱਤੇ ਤਰਪੈਲਾਂ ਪਾਈਆਂ, ਵਿੱਚ ਉਹਦੇ ਪਰਾਲੀ ਸੁੱਟੀ, ਦਰੀਆਂ ਵਿਛਾਈਆਂ, ਬਹਿ ਜਿੱਥੇ ਮਰਜ਼ੀ ਜਾ ਕੇ, ਪਟਿਆਲੇ ਵੀ ਆ ਕੇ ਬਹਿ ਗਏ ਨਾ ਜੀ। ਤੋ ਇਹ ਹੋਊਗਾ ਜੀ। ਅੱਜ ਤੱਕ ਹੁੰਦਾ ਇਹ ਰਿਹਾ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਕਿਸਾਨਾਂ ਲਈ ਪਾਲਿਸੀਆਂ ਬਣਾਉਂਦੀਆਂ ਰਹੀਆਂ। ਅੱਜ ਕਿਸਾਨ ਪਾਲਿਸੀਆਂ ਬਣਾ ਰਹੇ ਆ ਰਾਜਨੀਤਿਕ ਪਾਰਟੀ, ਇਹਨੂੰ ਵੋਟ ਨਾ ਪਾਓ। ਇਹ ਕੋਈ ਛੋਟੀ ਚੇਂਜ ਥੋੜ੍ਹੀ ਆ ਜੀ। ਇੱਦਾਂ ਹੀ ਚੇਂਜ ਜਿਹੜੀਆਂ ਉਹ ਆਉਂਦੀਆਂ ਨੇ। ਮੇਰੀ ਚਾਚੇ ਚੇਂਜ ਦਿਸ ਰਹੀ ਆ, ਮੈਨੂੰ ਤਾਂ ਦਿਸ ਰਹੀ ਆ। ਜੇ ਜਿਹੜੇ ਰਾਜਨੀਤਿਕ ਲੋਕ ਨੇ ਅਜੇ ਵੀ ਉਹ ਇਹਨੂੰ ਸਮਝ ਰਹੇ ਆ ਵੀ ਨਹੀਂ, ਜਿਹੋ ਜਿਹੀ ਗਲਤੀ ਜਿਹੜੇ ਜਦੋਂ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ, ਕੁਝ ਲੋਕਾਂ ਨੇ ਉਦੋਂ ਕਰ ਲਈ ਸੀ, ਉਹਦੇ 'ਚ ਸੁਖਪਾਲ ਸਿੰਘ ਖਹਿਰਾ ਹੋਰੀ ਵੀ ਸੀ। ਉਹਨਾਂ ਨੇ ਉਹ ਸਾਰੇ ਸਿਰਾਂ ਨੂੰ ਵੋਟਾਂ ਸਮਝ ਲਿਆ ਸੀ। ਮੈਂ ਉਦੋਂ ਵੀ ਇਹ ਗੱਲ ਕਹੀ ਸੀ ਵੀ ਉਹ ਜਿਹੜੇ ਸਿਰ ਨੇ ਉੱਥੇ ਆਏ ਹੋਏ, ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਆਏ ਹੋਏ ਆ, ਵੋਟ ਬੈਂਕ ਨਹੀਂ। ਇਸੇ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਅੱਜ ਬੈਠੇ ਨੇ, ਕੁਝ ਲੋਕ ਉਹਨਾਂ ਨੂੰ ਵੋਟ ਬੈਂਕ ਸਮਝਦੇ ਆ।
ਵੀ ਪਤਾ ਨਹੀਂ ਸਾਡੇ ਹੱਕ 'ਚ ਭੁੱਜ ਜਾਣ ਸਾਡੇ, ਉਹ ਵੋਟ ਬੈਂਕ ਨਾ ਸਮਝੋ ਉਹਨੂੰ ਤੁਸੀਂ। ਉਹ ਲੋਕ ਆਪਣੇ ਹੱਕਾਂ ਦੇ ਪ੍ਰਤੀ ਸੁਚੇਤ ਹੋਏ ਲੋਕ ਹੈ। ਜੇ ਉਹ ਅੱਜ ਆਪਣੇ ਇਹਨਾਂ ਹੱਕਾਂ ਪ੍ਰਤੀ ਸੁਚੇਤ ਹੋ ਗਏ ਕਿ ਬਿੱਲ ਗਲਤ ਨੇ, ਤੇ ਉਹ ਰਾਜਨੀਤਿਕ ਤੌਰ ਦੇ ਉੱਤੇ ਵੀ ਮਚੋਰ ਹੋਣਗੇ ਆਉਣ ਵਾਲੇ ਸਮੇਂ ਦੇ ਦੌਰਾਨ। ਘੱਟੋ ਘੱਟ ਉਹਦੇ ਵਿੱਚੋਂ ਬਹੁਤ ਸਾਰਾ ਕੁਝ ਮੇਰੀ ਜਾਚੇ ਦੀ ਮੈਨੂੰ ਉਹ ਦਿਸ ਰਿਹਾ। ਇਹ ਤਾਂ ਇਹ ਇੱਕ ਡੂਮਣਾ ਹੈ ਬਹੁਤ ਵੱਡਾ ਲੱਗਿਆ। ਉਹਦੇ 'ਚ ਸ਼ਾਇਦ ਕਿੰਨਾ ਹੈ ਸਮਾਂ ਦੱਸੂਗਾ। ਮੈਂ ਤਾਂ ਇਹ ਪਹਿਲਾਂ ਹੀ ਕਹਿ ਚੁੱਕਿਆ ਜੀ ਪੰਨੂ ਸਾਹਿਬ, ਮੈਂ ਆਪਣੇ 1-2 ਪ੍ਰੋਗਰਾਮਾਂ ਦੇ ਵਿੱਚ ਪਹਿਲਾਂ ਹੀ ਕਹਿ ਚੁੱਕਿਆ ਕਿ ਜਿਹੜਾ ਇਹ ਹੁਣ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਹੈ, ਇਸ ਨੂੰ ਸਿਆਸਤਦਾਨ ਇਹ ਨਾ ਸਮਝਣ ਕਿ ਸਿਰਫ ਤੇ ਸਿਰਫ ਜਿਹੜਾ ਇਹ ਕੇਂਦਰ ਸਰਕਾਰ ਦੇ ਵਿਰੁੱਧ ਹੈ। ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਸਿਆਸਤਦਾਨਾਂ ਦੇ ਗਲ ਵੀ ਗੂਠਾ ਦੇਣ ਵੇਲੇ ਨੂੰ ਤਿਆਰ ਬੈਠੇ ਨੇ ਜਿਹੜੇ ਕਿਸਾਨ ਨੇ। ਕੀ ਮੈਂ ਸਹੀ ਹਾਂ? ਬਿਲਕੁਲ। ਜੇ ਆਪਾਂ ਬਲਬੀਰ ਸਿੰਘ ਹੋਰਾਂ ਦੀ ਗੱਲ, ਡਾਕਟਰ ਦਰਸ਼ਨਪਾਲ ਹੋਰਾਂ ਦੀ ਗੱਲ ਪਿਛਲੇ ਦਿਨਾਂ ਦੀ, ਉਹ ਕਹਿ ਰਹੇ ਆ ਕਿ ਹਾਂ, ਉਹਨਾਂ ਨੇ ਇਸ਼ਾਰਾ ਜਿਹੜਾ ਉਹ ਕੀਤਾ ਕਿ ਅੱਜ ਜਿਹੜਾ ਜੋ ਕੁਝ ਚੱਲ ਰਿਹਾ, ਜੇ ਟਕੈਤ ਸਾਹਿਬ ਦਾ ਤੁਸੀਂ ਬਿਆਨ ਦੇਖੋ, ਉਹ ਕਹਿੰਦੇ ਆਉਣ ਵਾਲੇ ਸਮੇਂ 'ਚ ਇਹ ਸਰਹੱਦਾਂ ਦੇ ਉੱਤੇ ਲਾ ਸਕਦੇ ਆ ਪਾਬੰਦੀ ਕਿ ਕੰਟੇਨਮੈਂਟ ਜ਼ੋਨ ਜਿਹੜੇ ਜੀ ਉਹ ਬਣਾਤੇ। ਨਿਗਮ ਦੀਆਂ ਚੋਣਾਂ ਹੋਈਆਂ, ਇੱਥੇ ਕਰੋਨਾ ਨਹੀਂ ਆਇਆ, ਠੀਕ ਹੈ ਨਾ ਜੀ। ਕਿੰਨੇ ਰਸ਼ ਹੁੰਦੇ ਰਹੇ। ਹਾਂ, ਚੋਣਾਂ ਹੋ ਕੇ ਹਟੀਆਂ ਤੇ ਇੱਥੇ ਕਰੋਨਾ ਨਾਲ ਦੀ ਨਾਲ ਜਿਹੜਾ ਆ ਗਿਆ ਵਾਇਰਸ ਹੈਗਾ। ਅਸੀਂ ਵੀ ਉਹ ਤੋਂ ਇਨਕਾਰ ਨਹੀਂ ਕਰਦੇ। ਕਈ ਸਮੇਂ ਛੁੱਟੀ ਤੇ ਕਿਉਂ ਚਲਾ ਜਾਂਦਾ ਕੁਲਵੰਤ ਸਿੰਘ ਜੀ? ਜਦੋਂ ਨਗਰ ਨਿਗਮ ਚੋਣਾਂ ਸੀ, 1 ਮੌਤ ਹੁੰਦੀ ਸੀ, ਅੱਜ 53 ਮੌਤਾਂ ਕਿੱਥੋਂ ਜਿਹੜੀਆਂ ਆ ਗਈਆਂ ਜੀ? ਇਹ ਮੇਰੇ ਤੋਂ ਸਮਝ ਤੋਂ ਪਰੇ ਵਾਲੀ ਗੱਲ ਆ। ਪੱਛਮੀ ਬੰਗਾਲ ਦੇ ਵਿੱਚ 1 ਲੱਖ ਬੰਦਾ ਇਕੱਠਾ ਹੋ ਰਿਹਾ ਜੀ, ਉੱਥੇ ਕਰੋਨਾ ਕਿਉਂ ਨਹੀਂ ਹੈਗਾ? ਕੇਰਲਾ ਦੇ ਵਿੱਚ ਕਿੰਨਾ ਬੰਦਾ ਇਕੱਠਾ, ਅਸਮ ਦੇ ਵਿੱਚ ਪ੍ਰਧਾਨ ਮੰਤਰੀ ਹੋਰੀ, ਗ੍ਰਹਿ ਮੰਤਰੀ ਹੋਰੀ ਸਾਰੇ ਚੋਣ ਪ੍ਰਚਾਰ ਲਈ ਜਾ ਰਿਹਾ। ਕਿਸੇ ਦੇ ਮਾਸਕ ਪਾਇਆ ਦੇਖਿਆ ਤੁਸੀਂ? ਜਾਂ ਕਿਸੇ ਤੁਸੀਂ ਉੱਥੇ ਸੋਸ਼ਲ ਡਿਸਟੈਂਸ ਜਿਹੜਾ ਉਹ ਦੇਖਿਆ? ਨਹੀਂ ਹੈਗਾ ਜੀ। ਫਿਰ ਉੱਥੇ ਕਰੋਨਾ ਵਾਇਰਸ ਕਿੱਥੇ ਹੈ? ਤੁਸੀਂ ਜਿਹੜੀ ਭਾਰਤ ਦੇ ਵਿੱਚ ਕੋਵਿਡ ਵਾਲੀ ਜਿਹੜੀ ਸਾਈਟ ਹੈ, ਮੈਂ ਉਹਨੂੰ ਡੇਲੀ ਚੈੱਕ ਕਰਦਾ ਵੀ ਕਿੱਥੇ ਇਹ ਜਿਨ੍ਹਾਂ ਰਾਜਾਂ 'ਚ ਚੋਣਾਂ ਹੋ ਰਹੀਆਂ ਨੇ ਉਹਦਾ ਡਾਟਾ ਨਹੀਂ ਦਿੱਤਾ ਜਾ ਰਿਹਾ। ਕਿਉਂ ਨਹੀਂ ਜਿਹੜਾ ਜੀ ਉਹ ਦਿੱਤਾ ਜਾ ਰਿਹਾ? ਜਾਂ 10 ਲੱਖ ਬੰਦਾ ਜਿਹੜਾ ਸਰਹੱਦਾਂ ਦੇ ਉੱਤੇ ਬੈਠਾ, ਵੱਖ-ਵੱਖ ਸਰਹੱਦਾਂ ਦੇ ਉੱਤੇ, ਉੱਥੇ ਕਰੋਨਾ ਨਹੀਂ ਹੈਗਾ? ਉਹ ਵੀ ਤਾਂ ਉਹਨਾਂ ਦੇ ਵਿੱਚ ਤਾਂ ਬਹੁਤ ਸਾਰੇ ਬਜ਼ੁਰਗ ਵੀ ਨੇ, ਹਾਂਜੀ ਹਾਂ। ਤਾਂ ਇਸ ਕਰਕੇ ਇਹ ਉਸ ਸਾਜ਼ਿਸ਼ ਵੱਲ ਉਹਨਾਂ ਨੇ ਇਸ਼ਾਰਾ ਜਿਹੜਾ ਜੀ ਉਹ ਕੀਤਾ। ਬਿਲਕੁਲ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ABC ਕੋਈ ਵੀ ਹੈ, ਉਹਨਾਂ ਦੇ ਵਾਸਤੇ ਇਹ ਜਿਹੜੀ ਘੜੀ ਇਹ ਆ। ਹਾਂ ਬਿਲਕੁਲ, ਕਿਉਂਕਿ ਅੱਜ ਤੱਕ ਕਿਸਾਨ ਨੂੰ ਸੁਚੇਤ ਨਹੀਂ ਹੋਣ ਦਿੱਤਾ ਉਹਦੇ ਹੱਕਾਂ ਪ੍ਰਤੀ। ਅੱਜ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਗਿਆ। ਉਹ ਕੱਲੀ ਮੱਦ ਜਿਹੜੀ ਆ ਉਹਨਾਂ ਬਿੱਲਾਂ ਦੀ ਜਾਣਦਾ, ਜਿਹਨੂੰ ਮਰਜ਼ੀ ਪੁੱਛ ਲਓ, ਉਹ ਵੀ ਉਹਨੂੰ ਜਾਣਨ ਲੱਗ ਗਿਆ। ਔਰ ਉਹਨੇ MSP ਜਿਹੜੀ ਆ ਪੂਰੇ ਮੁਲਕ ਦੇ ਵਿੱਚ ਦੱਸ ਦਿੱਤੀ ਵੀ MSP ਕੀ ਹੈ ਅਤੇ ਤੁਹਾਨੂੰ ਮਿਲਦੀ ਕਿਉਂ ਨਹੀਂ। ਉਹ ਚਾਹੇ ਕੇਰਲਾ, ਚਾਹੇ ਉਹ ਤਾਮਿਲਨਾਡੂ ਆ, ਪੱਛਮੀ ਬੰਗਾਲ ਹੈ, ਬਿਹਾਰ ਹੈ, ਉੱਤਰ ਪ੍ਰਦੇਸ਼ ਹੈ, ਸਾਰੇ ਕਿਸਾਨ। ਗੱਲ ਤਾਂ ਇਹ ਠੀਕ ਕਹਿੰਦੇ ਆ, ਝੋਨੇ ਦਾ ਰੇਟ ਤਾਂ 1880 ਰੁਪਈਆ ਹੈ, 950 ਰੁਪਈਆ ਇਹ ਚੁੱਕੀ ਜਾਂਦੇ ਆ। ਇਹ ਗੱਲ ਸਮਝ ਪੈ ਗਈ ਨਾ ਜੀ? ਹੁਣ MSP ਦਾ ਇੰਨਾ ਜ਼ਿਕਰ ਕਿਉਂ ਹੋ ਰਿਹਾ ਜੀ? ਇਹ ਤਾਂ ਜਦੋਂ ਇੱਥੇ ਬੈਠੇ ਸੀਗੇ ਪੰਜਾਬ ਦੇ ਵਿੱਚ, ਉਦੋਂ ਕਿਸੇ ਤਰੀਕੇ ਨਾਲ ਗੱਲ ਤਾਨਾਸ਼ਾਹੀ ਵਾਲੀ ਸੀ, ਧੌਣ 'ਚ ਕਿੱਲਾ ਅੜਿਆ ਸੀ। ਉਦੋਂ ਕਿਤੇ ਬਿਠਾ ਕੇ ਇਹਨਾਂ ਨੂੰ ਸਮਝਾ ਕੇ ਕੁਝ ਜਿਹੜੀਆਂ ਅਮੈਂਡਮੈਂਟ ਸੀ ਉਹ ਕਰ ਦਿੰਦੇ, ਗੱਲ ਠੀਕ ਸੀ। ਹੁਣ ਉੱਥੋਂ ਗੱਲ ਨਿਕਲ ਚੁੱਕੀ ਹੋਈ ਹੈ। ਹੁਣ MSP ਦੇਣੀ ਇਹਨਾਂ ਨੂੰ ਔਖੀ ਲੱਗਦੀ ਹੈ ਕਿ MSP ਅਸੀਂ ਕਿਵੇਂ ਦੇਵਾਂਗੇ, ਇਹਨਾਂ ਖੇਤੀ ਕਾਨੂੰਨ ਤੋਂ ਵਾਪਸ ਕਿਵੇਂ ਜਾਈਏ। ਤਾਨਾਸ਼ਾਹੀ ਜਿੱਥੇ ਵੀ ਉੱਭਰੀ ਹੈ, ਇੱਕ ਲੈਵਲ ਤੱਕ ਉੱਭਰਦੀ ਹੈ ਕੁਲਵੰਤ ਸਿੰਘ ਜੀ। ਉਸ ਤੋਂ ਬਾਅਦ ਕੋਈ ਵੀ ਚੀਜ਼ ਜਿਹੜੀ ਉਹਦਾ ਉੱਪਰ ਤੱਕ ਜਾਂਦੀ, ਫਿਰ ਉਹਨੇ ਥੱਲੇ ਵੀ ਆਉਣਾ ਹੁੰਦਾ, ਆਊਗੀ ਉਹ। ਸੋ ਪੰਨੂ ਸਾਹਿਬ, ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਥੈਂਕ ਯੂ। ਇਹ ਸਨ ਬਲਤੇਜ ਪੰਨੂ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਸਾਨੂੰ ਇਹ ਦੱਸਿਆ ਕਿ ਕਿਸ ਤਰੀਕੇ ਨਾਲ ਜਦੋਂ ਤਾਨਾਸ਼ਾਹੀਆਂ ਸ਼ੁਰੂ ਹੁੰਦੀਆਂ ਨੇ ਤਾਂ ਜਨਤਾ ਜਾਗਰੂਕ ਹੁੰਦੀ ਹੈ। ਜਨਤਾ ਜਾਗਰੂਕ ਹੁੰਦੀ ਹੈ ਤਾਂ ਨਾ ਸਿਰਫ ਫਿਰ ਉਹ ਸਿਆਸਤਦਾਨ, ਬਲਕਿ ਜਿਹੜੇ ਬਿਊਰੋਕਰੇਟਸ ਨੇ, ਅਫਸਰਸ਼ਾਹੀ ਹੈ, ਹੋਰ ਜਿਹੜੇ ਲੋਕ ਨੇ, ਉਹਨਾਂ ਨੂੰ ਵੀ ਜਿਹੜਾ ਆਪਣੇ ਹੱਥਾਂ ਪੈਰਾਂ ਦੀ ਪੈਂਦੀ ਹੈ ਅਤੇ ਜਵਾਬਦੇਹ ਬਣਦੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਅੰਦੋਲਨ ਕੇਂਦਰ ਸਰਕਾਰ ਨੂੰ ਜਿੱਤਣ ਤੋਂ ਬਾਅਦ ਕਿਸ ਤਰ੍ਹਾਂ ਪੰਜਾਬ ਦੇ ਸਿਆਸਤਦਾਨਾਂ ਦੇ ਕੋਲੋਂ ਸਵਾਲ ਕਰਦਾ ਹੈ, ਕਿਸ ਤਰ੍ਹਾਂ ਪੰਜਾਬ ਦੇ ਸਿਆਸਤਦਾਨਾਂ ਨੂੰ ਜਵਾਬਦੇਹ ਹੋਣਾ ਪੈਣਾ ਆਮ ਜਨਤਾ ਪ੍ਰਤੀ, ਇਹ ਵੇਖਣ ਵਾਲਾ ਹੋਏਗਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।